ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਬੰਦੋ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਦੋਹਰਾ ਸਕਲ ਕਲਾ ਸਮਰੱਥ ਸੁਖ ਦਾਤਾ ਆਪ ਕੁਛ ਭੇਦ ਆਪ ਕੋ ਜਾਤਾ ਸੁਣ ਕਲ ਕੀਤਰ ਪੁਨ ਸਮਝਾਇਓ ਤੇਰੇ ਗੁਰ ਕੋ ਭਰਮ ਮਿਟਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕੱਲ੍ਹ ਆਪਾਂ ਸਾਖੀ ਸਰਵਣ ਕਰ ਰਹੇ ਸੀ, ਜਦੋਂ ਇੱਕ ਸਿੱਖ ਨੇ ਇੱਕ ਪਾਰਸ ਦੀ ਵੱਟੀ ਕਹਿੰਦੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕੀਤੀ ਅਤੇ ਸਤਿਗੁਰਾਂ ਨੇ ਉਹ ਪੱਥਰ ਦੀ ਵੱਟੀ ਜਿਹੜੀ ਹੈ ਵਗਾ ਕੇ ਦਰਿਆ ਵਿੱਚ ਮਾਰੀ ਅਤੇ ਸਿੱਖ ਨੂੰ ਬੜਾ ਦੁੱਖ ਹੋਇਆ ਵੀ ਸਤਿਗੁਰਾਂ ਨੂੰ ਇਹਦਾ ਗਿਆਨ ਨਹੀਂ ਹੈ ਸ਼ਾਇਦ, ਤਾਂ ਬੜੀ ਕੀਮਤੀ ਸੀ। ਬੜੇ ਮਾਣ ਹੰਕਾਰ ਦੇ ਵਿੱਚ ਕਹਿਣ ਲੱਗਿਆ, ਸੋਚਣ ਲੱਗਿਆ ਵੀ ਇਹ ਤਾਂ ਬਹੁਤ ਮਾੜੀ ਗੱਲ ਹੋਈ, ਮੈਂ ਨਾ ਹੀ ਦਿੰਦਾ। ਪਾਤਸ਼ਾਹ ਜੀ ਨੇ ਉਹਦਾ ਭਰਮ ਦੂਰ ਕਰਨ ਵਾਸਤੇ ਫਿਰ ਕੁਝ ਕੌਤਕ ਕੀਤਾ ਅਤੇ ਉਸ ਨੂੰ ਸਮਝ ਆਈ। ਅਤੇ ਜਦੋਂ ਸਮਝ ਆਈ ਅਤੇ ਫਿਰ ਕਹਿੰਦਾ, ਮਹਾਰਾਜ ਮੈਨੂੰ ਨਹੀਂ ਸੀ ਪਤਾ ਤੁਸੀਂ ਇੰਨੀ ਸ਼ਕਤੀ ਦੇ ਮਾਲਕ ਹੋ। ਮੈਂ ਤਾਂ ਤੁਹਾਨੂੰ ਆਮ ਇੱਕ ਮਹਾਂਪੁਰਸ਼ ਦੀ ਤਰ੍ਹਾਂ ਹੀ ਸਮਝ ਰਿਹਾ ਸੀਗਾ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਉਸ ਨੂੰ ਕੌਤਕ ਕਰਕੇ ਉਹਦਾ ਸਾਰਾ ਭਰਮ ਦੂਰ ਕੀਤਾ ਔਰ ਉਸ ਨੂੰ ਗਿਆਨ ਦਿੱਤਾ, ਫਿਰ ਬੇਨਤੀ ਕਰਦਾ, ਮਹਾਰਾਜ ਗਲਤੀ ਹੋ ਗਈ, ਮਾਫ਼ ਕਰਨਾ। ਫਿਰ ਸਤਿਗੁਰੂ ਸਮਝਾਉਂਦੇ ਆ ਸਾਡੇ ਵਾਸਤੇ, ਸਾਰਿਆਂ ਵਾਸਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਹੈ ਕਿ ਜਦੋਂ ਕਿਸੇ ਮਹਾਂਪੁਰਸ਼ ਦੇ ਕੋਲ ਜਾਈਏ ਨਾ ਅਤੇ ਫਿਰ ਸਾਨੂੰ ਕਿਸ ਤਰ੍ਹਾਂ ਜਾਣਾ ਚਾਹੀਦਾ। ਕਬੀਰ ਸਾਹਿਬ ਜੀ ਵੀ ਕਹਿੰਦੇ ਆ, ਸਾਧੂ ਕੋ ਮਿਲਣਾ ਜਾਈਐ ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੈ ਆਗਿਆ ਹੋਏ ਸੋ ਹੋਏ। ਗੁਰਬਾਣੀ ਦਾ ਵਚਨ ਹੈ, ਆਪ ਬੁਝਾਏ ਤਾਂ ਸਭ ਕਿਛ ਪਾਏ। ਜਦੋਂ ਬੰਦਾ ਆਪਣੇ ਆਪ ਨੂੰ ਖਤਮ ਕਰ ਲਵੇ ਤਾਂ ਫਿਰ ਸਭ ਕੁਝ ਮਿਲ ਸਕਦਾ। ਜਿੰਨਾ ਚਿਰ ਇਹਦੇ ਅੰਦਰ ਮਾਣ ਹੰਕਾਰ ਹੈ ਉਹਨਾਂ ਚਿਰ ਕੁਛ ਨਹੀਂ ਮਿਲਦਾ। ਖੈਰ ਆਪਾਂ ਅੱਗੇ ਚੱਲਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਕਲ ਸਮਰੱਥ ਸੁਖ ਦਾਤਾ ਆਪ ਕਿਛ ਭੇਦ ਆਪ ਕੋ ਜਾਤਾ। ਕਹਿਣ ਲੱਗਿਆ ਜਦੋਂ ਗਿਆਨ ਹੋਇਆ ਵੀ ਨਹੀਂ, ਮੈਂ ਇੱਕ ਪਾਰਸ ਦੀ ਵੱਟੀ ਕੀ ਚੱਕੀ ਫਿਰਦਾ, ਸਤਿਗੁਰ ਨੇ ਦਰਿਆ ਦੇ ਵਿੱਚੋਂ ਬੇਅੰਤ ਹੀ ਹੀਰੇ ਜਵਾਹਰਾਤ ਮੋਤੀਆਂ ਦੇ ਦਰਸ਼ਨ ਕਰਵਾ ਦਿੱਤੇ। ਮੇਰੀ ਉਹ ਪੱਥਰੀ ਤਾਂ ਇਹਨਾਂ ਦੇ ਸਾਹਮਣੇ ਕੱਖ ਵੀ ਨਹੀਂ ਹੈ।
ਐਸੀ ਹੀ ਪੱਥਰੀ ਕਹਿੰਦੇ ਇੱਕ ਵਾਰੀ ਇੱਕ ਸਾਧੂ ਜਾਂਦਾ ਜਾਂਦਾ ਭਗਤ ਰਵਿਦਾਸ ਜੀ ਦੀ ਝੌਂਪੜੀ ਵਿੱਚ ਧਰ ਗਿਆ। ਬਹੁਤ ਵੱਡੇ ਭਗਤ ਸੀ, ਪਰ ਜੀਵਨ ਆਪਣਾ ਇੱਕ ਆਮ ਮਨੁੱਖਾਂ ਦੀ ਤਰ੍ਹਾਂ ਕਿਰਤ ਕਰਕੇ ਬਤੀਤ ਕਰ ਰਹੇ ਸੀ। ਪਰਮੇਸ਼ਰ ਨੇ ਸੋਚਿਆ, ਪਹਿਲਾਂ ਦੱਸਦੇ ਆ ਜਦੋਂ ਝਾੜੂ ਮਾਰਦੇ ਨਾ ਦੁਕਾਨ ਦੇ ਵਿੱਚ, ਤਾਂ ਜਦੋਂ ਦਰੀ ਚੱਕ ਕੇ ਝਾੜ ਕੇ ਵਿਛਾਉਂਦੇ ਤਾਂ ਉਹਦੇ ਥੱਲਿਓਂ 5 ਰੁਪਈਏ ਜਾਂ 5 ਮੋਹਰਾਂ ਨਿਕਲ ਆਉਂਦੀਆਂ, ਅਤੇ ਕੂੜੇ ਵਿੱਚ ਹੀ ਕਹਿੰਦੇ ਸੁੰਬਰ ਕੇ ਅਤੇ ਸਿੱਟੇ ਆਉਂਦੇ ਰੂੜੀ 'ਤੇ, ਜਿੱਥੇ ਵੀ ਕੂੜਾ ਸਿੱਟਦੇ ਸੀ। ਭਾਵੇਂ ਮੋਹਰਾਂ ਨਾ ਸੰਭਾਲੀਆਂ, ਨਾ ਉਹ ਰੁਪਈਏ ਸੰਭਾਲੇ, ਕਿਰਤ ਕਰਕੇ ਖਾਂਦੇ ਸਨ। ਅਤੇ ਇੱਕ ਦਿਨ ਫਿਰ ਪਰਮੇਸ਼ਰ ਸਾਧੂ ਬਣ ਕੇ ਆਇਆ ਅਤੇ ਭਗਤ ਰਵਿਦਾਸ ਜੀ ਦੇ ਕੋਲ ਮਿਲਿਆ। ਭਾਈ ਆ ਸਾਡੇ ਜੋੜੇ ਗੰਢ ਦੇ ਬਹਾਨਾ ਜਿਹਾ ਬਣਾ ਲਿਆ, ਲਿਆਓ ਮਹਾਰਾਜ ਜੋੜੇ ਗੰਢਣ ਵਾਸਤੇ ਬੈਠੇ ਆ। ਜੋੜੇ ਗੰਢ 'ਤੇ ਜਾਂਦਾ ਹੋਇਆ ਕਹਿਣ ਲੱਗਿਆ, ਭਗਤ ਜੀ ਇੱਕ ਸਾਡੀ ਛੋਟੀ ਜਿਹੀ ਵਸਤੂ ਹੈ, ਇਹਨੂੰ ਰੱਖ ਲਓ। ਔਰ ਲਾ ਕੇ ਰੰਬੀ ਦੇ ਨਾਲ ਦੱਸ ਵੀ ਗਿਆ, ਕਹਿੰਦੇ ਜੇ ਆਪਾਂ ਇਹ ਲੋਹੇ ਨਾਲ ਘਸਾ ਦਈਏ ਨਾ ਸਿਉਣਾ ਬਣਾ ਦਿੰਦੀ ਹੈ। ਅੱਛਾ ਮਹਾਰਾਜ, ਚਲੋ ਠੀਕ ਆ, ਇਹ ਰੱਖ ਲਓ, ਮੈਂ ਮੁੜਦਾ ਹੋਇਆ ਲੈ ਲੂੰਗਾ। ਅਤੇ ਭਗਤ ਜੀ ਕਹਿੰਦੇ ਉਹ ਝੌਂਪੜੀ ਆ ਕਾਨੇ ਵਾਲੀ, ਉਹ ਖੂੰਜੇ 'ਚ ਟੰਗ ਦਿਓ ਕਾਨਿਆਂ 'ਚ। ਉਹਨਾਂ ਨੇ ਕਾਨਿਆਂ 'ਚ ਟੰਗਤੀ ਵੀ ਚੱਲ ਆਪਾਂ ਚਲੇ ਜਾਂਦੇ ਹਾਂ। ਮਗਰੋਂ ਇਹ ਜਿਹੜਾ ਹੈ ਪੱਥਰੀ ਦੇ ਨਾਲ ਲੋਹਾ ਲਾ ਲਾ ਕੇ ਸੋਨਾ ਬਣਾ ਲੂਗਾ, ਫਿਰ ਮੁੜ ਕੇ ਆਪਾਂ ਜਾਂਦੇ ਲੈ ਜਾਵਾਂਗੇ, ਇਹਦਾ ਵਧੀਆ ਸੁਖੀ ਜੀਵਨ ਹੋ ਜਾਊਗਾ। ਪਰ ਭਗਤ ਜੀ ਨੇ ਕਹਿੰਦੇ ਉਹ ਪੱਥਰੀ ਚੱਕੀ ਹੋਈ ਨਹੀਂ ਉੱਥੋਂ। ਕਈ ਮਹੀਨਿਆਂ ਬਾਅਦ ਉਹ ਸਾਧੂ ਕਹਿੰਦੇ ਮੁੜ ਕੇ ਆਇਆ, ਖੈਰ ਪਰਮੇਸ਼ਰੀ ਸੀਗਾ, ਔਰ ਆ ਕਰਕੇ ਭਗਤ ਜੀ ਨੂੰ ਮਿਲਿਆ। ਹੋਰ ਭਗਤ ਜੀ ਠੀਕ ਹੋ? ਪਰ ਦੇਖਿਆ ਤੇ ਉਹੀ ਪਹਿਲਾਂ ਵਾਲੀ ਕਾਨਿਆਂ ਵਾਲੀ ਛੰਨ। ਕੋਈ ਹੋਰ ਹੁੰਦਾ ਤੇ ਵਧੀਆ 3 ਮੰਜ਼ਲੀ ਬਣਾ ਲੈਂਦਾ, ਭਾਵੇਂ ਦੁਕਾਨ ਉੱਥੇ ਕਹੋ ਸਤਨਾਮ ਸੀ। ਵੇਖਿਆ ਵੀ ਇਹਨੇ ਲੱਗਦਾ ਵਰਤੀ ਨਹੀਂ। ਕਹਿੰਦੇ ਭਗਤ ਜੀ ਇੱਕ ਸਾਨੂੰ ਪੱਥਰੀ ਜੀ ਫੜਾ ਗਏ ਸੀਗੇ ਪਾਰਸ ਦੀ ਵੱਟੀ, ਵੇਖ ਲੈ ਭਾਈ ਇੱਥੇ ਕਿਤੇ ਪਈ ਹੋਣੀ ਆ। ਨਿਗਾਹ ਮਾਰੀ ਤੇ ਉੱਥੇ ਜਿੱਥੇ ਟੰਗੀ ਸੀ ਉੱਥੇ ਹੀ ਟੰਗੀ ਪਈ। ਕਹਿੰਦੇ ਭਗਤ ਜੀ ਤੁਸੀਂ ਵਰਤੀ ਨਹੀਂ? ਕਹਿੰਦੇ ਲੋੜ ਹੀ ਨਹੀਂ ਪਈ, ਸਮਾਂ ਲੰਘੀ ਜਾਂਦਾ, ਬਸ ਠੀਕ ਆ, ਕਹੋ ਸਤਨਾਮ ਸੀ। ਤੂੰ ਇਸ ਤਰ੍ਹਾਂ ਗੁਰੂ ਪਿਆਰਿਓ ਇਸ ਨੂੰ ਹੁਣ ਸਮਝ ਆਈ ਹੈ ਕਿ ਮੈਂ ਐਵੇਂ ਹੰਕਾਰ ਕਰੀ ਕਰ ਜਾਣਾ। ਇਹ ਜਿਹੜਾ ਗੁਰੂ ਰੂਪ ਪਰਮੇਸ਼ਰ ਰੂਪ ਇਹ ਪਰਮਾਤਮਾ ਸਰੂਪ ਗੁਰੂ ਗੋਬਿੰਦ ਸਿੰਘ ਹੈ, ਇਹ ਤਾਂ ਬੜੀਆਂ ਸ਼ਕਤੀਆਂ ਦੇ ਮਾਲਕ। ਉਹ ਕਹਿੰਦਾ ਸਰਬ ਕਲਾ ਸਮਰੱਥ ਸੁਖ ਦਾਤੇ, ਅਬ ਕੁਛ ਭੇਦ ਆਪ ਕੋ ਜਾਤਾ। ਮਹਾਰਾਜ ਪਹਿਲਾਂ ਪਤਾ ਨਹੀਂ ਸੀਗਾ, ਹੁਣ ਥੋੜ੍ਹੀ ਸਮਝ ਆਈ ਹੈ। ਜਿਸੇ ਜਨਾਏ ਸੋ ਜਨ ਜਾਣੈ, ਜੇ ਜਨਾਵੇ ਤਾਂ ਜਾਣੀਏ, ਨਹੀਂ ਤਾਂ ਕਿਵੇਂ ਜਾਣੀਏ। ਸੁਨ ਕਲ ਗੀਤੜ ਪੁਨ ਸਮਝਾਇਓ, ਤੇਰੀ ਉਰ ਕੋ ਭਰਮ ਮਿਟਾਇਓ। ਤੋ ਗੁਰੂ ਵੀ ਐਸਾ ਹੋਣਾ ਚਾਹੀਦਾ ਜਿਹੜਾ ਆਪਣੇ ਸਿੱਖ ਦੇ ਅੰਦਰ ਤਿਲ ਮਾਤਰ ਵੀ ਸ਼ੰਕਾ ਨਾ ਰਹਿਣ ਦੇਵੇ। ਤੇ ਐਸਾ ਗੁਰੂ ਫਿਰ ਕੌਣ ਹੈ? ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਮਾਤਾ ਗੁਜਰੀ ਦੇ ਲਾਲ ਜੀ, ਜੈਸੇ ਮਾਤਾ ਗੁਜਰੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਹਨ। ਖੈਰ ਕਹਿਣ ਲੱਗੇ ਸਿੱਖਾ ਇਹ ਤਾਂ ਤੇਰਾ ਭਰਮ ਦੂਰ ਕਰਨ ਵਾਸਤੇ ਕਰਨਾ ਪਿਆ ਸਾਨੂੰ। ਆਕੇ ਸਿੱਖਿਆ ਦ੍ਰਿੜ੍ਹ ਮਤਰੀਐ, ਮਹਾਂਪੁਰਖ ਕੇ ਨਿਕਟ ਸਿਧਰੀਐ। ਗਾਹਾਂ ਤੋਂ ਯਾਦ ਰੱਖ, ਜੇ ਕਿਸੇ ਮਹਾਂਪੁਰਖ ਦੇ ਕੋਲੇ ਸਾਧੂ ਕੋਲੇ ਜਾਣਾ ਪੈ ਜੇ ਨਾ, ਰੱਬ ਦੇ ਪਿਆਰੇ ਕੋਲੇ, ਤੇ ਐਦਾਂ ਜਾਈਦਾ। ਮੈਂ ਕਰੋ ਨਾ ਗਰਭ ਬਡਾਈ, ਸਾਬਿਤ ਨਿਜ ਮੈਂ ਲੱਖ ਲਗੁਤਾਈ। ਔਰ ਗੁਰੂ ਨਾਨਕ ਦੇ ਘਰ ਵਿੱਚ ਬ੍ਰਹਮ ਗਿਆਨੀ ਦੇ ਕੋਲ, ਰੱਬ ਦੇ ਪਿਆਰੇ ਕੋਲ ਨਿੱਕਾ ਜਿਹਾ ਬਣ ਕੇ ਜਾਈਦਾ, ਨਿਮਾਣਾ ਜਿਹਾ ਬਣ ਕੇ ਜਾਈਦਾ। ਇੱਦਾਂ ਮਾਣ ਕਰਕੇ ਨਹੀਂ ਜਾਈਦਾ, ਹੰਕਾਰ ਨਾਲ ਨਹੀਂ ਜਾਈਦਾ। ਇਹਨਾਂ ਪੰਜਾਂ ਨੂੰ ਘਰੇ ਹੀ ਛੱਡ ਜਾਵੇ। ਮੈਂ DC ਹਾਂ, ਮੈਂ ਅਫਸਰ ਹਾਂ, ਮੈਂ ਜੇ ਹਾਂ, ਮੈਂ ਵੋ ਹਾਂ, ਇਹ ਸਭ ਕੁਝ ਘਰੇ ਛੱਡ ਕੇ ਪਰਮੇਸ਼ਰ ਦੇ ਪਿਆਰਿਆਂ ਕੋਲੇ ਸਿੱਖ ਬਣ ਕੇ ਜਾਵੇ, ਵਿਦਿਆਰਥੀ ਬਣ ਕੇ ਜਾਵੇ, ਕੁਝ ਸਿੱਖਣ ਵਾਸਤੇ ਜਾਵੇ, ਕੁਝ ਲੈਣ ਵਾਸਤੇ ਜਾਵੇ। ਭਾਂਡਾ ਖਾਲੀ ਕਰਕੇ ਸਾਫ਼ ਕਰਕੇ ਲਿਜਾਵੇ, ਫਿਰ ਹੀ ਅਗਲਾ ਕੁਛ ਪਾਊਗਾ ਨਾ। ਜੇ ਪਹਿਲਾਂ ਹੀ ਭਾਂਡਾ ਭਰਿਆ ਤੇ ਫਿਰ ਕਹਿੰਦਾ ਵੀ ਚੱਲ ਠੀਕ ਹੈ, ਤੂੰ ਤਾਂ ਭਰਿਆ ਪਹਿਲਾਂ ਹੀ। ਇਸ ਕਰਕੇ ਹਿਰਦੇ ਦੇ ਵਿੱਚੋਂ ਹੰਕਾਰ ਛੱਡ ਕੇ ਹਰ ਪੱਖ ਤੋਂ ਨਿਮਰਤਾ ਸਹਿਤ ਜਾਣਾ ਚਾਹੀਏ ਜੀ। ਤੂੰ ਕਿਆ ਸਮਝਦਾ ਕਿ ਬਹੁਤ ਸਾਰੀ ਫੌਜ ਬੈਠੀ ਆ, ਸਾਨੂੰ ਕੁਛ ਕਰ ਦੇਵੇਗੀ? ਤੁਰਕ ਬਾਦਸ਼ਾਹ ਹੋਰ ਰਾਜੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਫੌਜ, ਜਿਹੜੇ ਸਾਨੂੰ ਆਪ ਦਾ ਦੁਸ਼ਮਣ ਸਮਝਦੇ ਨੇ। ਜੇ ਸਾਡਾ ਇਰਾਦਾ ਹੋਵੇ ਤੇ ਇੱਕ ਤੀਰ ਦੀ ਵੀ ਇਹ ਮਾਰ ਨਹੀਂ ਹੈਗੇ, ਇੱਕ ਤੀਰ ਨਾਲ ਸਾਰਿਆਂ ਨੂੰ ਭਸਮ ਕਰ ਸਕਦਾ। ਇੱਕ ਵਾਰੀ ਕਹਿੰਦੇ ਕ੍ਰਿਸ਼ਨ ਜੀ ਨੂੰ ਕੋਈ ਮਹਾਂਪੁਰਖ ਮਿਲਿਆ ਸੀਗਾ, ਤੇ ਉਸ ਨੇ ਵੀ ਇਹ ਤਜਰਬਾ ਦਿਖਾਇਆ ਸੀਗਾ ਬਈ ਜੀ ਉਹ ਤੀਰ ਛੱਡ ਦੇਵੇ
ਤੇ ਜਿੱਥੇ ਜਿੱਥੇ ਚਾਹੇ ਉੱਥੋਂ ਹੀ ਤੀਰ ਲੰਘ ਸਕਦਾ। ਕਹਿੰਦੇ ਕ੍ਰਿਸ਼ਨ ਜੀ ਨੇ ਉਹਦੀ ਪ੍ਰੀਖਿਆ ਲੈਣ ਵਾਸਤੇ ਕਿਹਾ ਵੀ ਚੰਗਾ ਆਹ ਦਰੱਖਤ ਦੇ ਪੱਤਿਆਂ ਵਿੱਚ ਤੀਰ ਮਾਰ ਕੇ ਦਿਖਾ। ਤੇ ਇੱਕ ਪੱਤਾ ਥੱਲੇ ਡਿੱਗਿਆ ਪਿਆ ਸੀ, ਆਪਣੇ ਪੈਰ ਹੇਠਾਂ ਨੱਪ ਲਿਆ ਵੀ ਦੇਖਦੇ ਆ ਭਲਾ ਇਹ ਬਚਦਾ ਕਿ ਨਹੀਂ ਬਚਦਾ। ਜਦੋਂ ਕਹਿੰਦੇ ਉਸ ਨੇ ਤੀਰ ਚਲਾਇਆ ਤੇ ਉਹ ਸਾਰੇ ਪੱਤਿਆਂ ਵਿੱਚ ਮੋਰੀਆਂ ਕਰ ਗਿਆ ਤੇ ਪੈਰ ਹੇਠਲਾ ਪੱਤਾ ਦੇਖਿਆ ਉਹਦੇ ਵਿੱਚ ਵੀ ਮੋਰੀ ਹੋਈ ਪਈ। ਕਹੋ ਸਤਨਾਮ। ਤੇ ਐਸੇ ਮੇਰੇ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਹ ਤਾਂ ਇੱਕ ਤੀਰ ਦੀ ਮਾਰ ਨਹੀਂ, ਚਾਹੇ ਤਾਂ ਮੈਂ ਸਾਰਿਆਂ ਨੂੰ ਇੱਥੇ ਬੈਠਾ ਹੀ ਭਸਮ ਕਰਦੇ ਆ, ਪਰ ਇਹ ਬੰਦੇ ਕਿਹੜੇ ਬਾਗ ਦੀ ਮੂਲੀ ਹੈ ਸਾਡੇ ਮਾਲਵੇ ਦਾ ਬਚਨ। ਇਹ ਸਾਡੇ ਸਾਹਮਣੇ ਕਿੰਨੇ ਕਹਨ ਅਗਾਰੀ ਹੁੰਦਾ, ਮੇਰੇ ਸਾਹਮਣੇ ਕੁਛ ਵੀ ਨਹੀਂ ਹੈ। ਮੈਂ ਤਾਂ ਸੁਰ ਅਸੁਰ ਦੇਵਤੇ ਦੈਂਤਾਂ ਨੂੰ ਵੀ ਡਰਾ ਕੇ ਭਾਜਣਾ ਪਾ ਦਿਆਂ। ਪਰ ਕਲਯੁਗ ਦਾ ਸਮਾਂ ਹੈ ਤੇ ਕਲਯੁਗ ਦੇ ਸਮੇਂ ਜਿਵੇਂ ਪਰਮੇਸ਼ਰ ਨੇ ਮਨੁੱਖਾਂ ਨੂੰ ਜੀਵਨ ਬਖਸ਼ਿਆ, ਮੈਂ ਮਨੁੱਖਾ ਜਾਮਾ ਲੈ ਕੇ ਆਇਆ ਤਾਂ ਤੇ ਮੈਂ ਮਨੁੱਖਾਂ ਦੀ ਤਰ੍ਹਾਂ ਜਾਣ ਬੁੱਝ ਕੇ ਵਰਤ ਰਿਹਾ। ਜੋ ਸਾਡੇ ਹਾਥੀਆਂ ਘੋੜਿਆਂ ਨੇ ਯੋਧਿਆਂ ਨੇ ਅਨੇਕਾਂ ਤਰ੍ਹਾਂ ਦੇ ਦੁੱਖਾਂ ਨੂੰ ਝੱਲਣਾ ਕੀਤਾ ਹੈ, ਜਾਂ ਮੈਂ ਇਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਦੁੱਖਾਂ ਚੋਂ ਲੰਘਾਇਆ ਹੈ। ਔਰ ਇਹ ਜਦੋਂ ਸ਼ੁੱਧ ਆਤਮਾ ਹੋ ਕੇ ਗੁਰੂ ਗੁਰੂ ਰੱਬ ਰੱਬ ਕਰਦੇ ਹੋਏ ਸਰੀਰ ਛੱਡਣਗੇ ਜਾਂ ਛੱਡ ਚੁੱਕੇ ਹਨ, ਸੰਚਿਤ ਹੁੰਦੀ ਹੈ ਇਕੱਤਰ ਕੀਤੇ ਹੋਏ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਉਹਨਾਂ ਸਾਰੀਆਂ ਜੂਨੀਆਂ ਦੇ ਕੀਤੇ ਹੋਏ ਕਰਮ ਇਕੱਠੇ ਉਹ ਸਾਰੇ ਸੜ ਜਾਣੇ ਆ। ਇਹ ਘੋੜੇ ਇਹ ਹਾਥੀ ਭਾਵ ਇਹਨਾਂ ਦੀਆਂ ਰੂਹਾਂ ਉਹ ਯੋਧੇ ਜਿਹੜੇ ਭੁੱਖ ਦੇ ਕਾਰਨ ਸਰੀਰ ਤਿਆਗ ਗਏ ਹਨ, ਇਹ ਸਾਰੇ ਸਰੀਰ ਤਿਆਗਣ ਤੋਂ ਬਾਅਦ ਦੁਬਾਰਾ ਮਾਤ ਲੋਕ ਦੇ ਵਿੱਚ ਆਪਣੀ ਕਾਮਨਾ ਨੂੰ ਪੂਰੀ ਕਰਦੇ ਹੋਏ ਰਾਜਿਆਂ ਦੇ ਰੂਪ ਵਿੱਚ ਆਉਣਗੇ। ਔਰ ਉਹ ਪਦਾਰਥ ਜਿਨ੍ਹਾਂ ਨੂੰ ਜੋਗੀ ਤਪਸਵੀ ਧੂਣੀਆਂ ਤਾਪ ਕੇ ਜਲ ਥਾਰੇ ਕਰਕੇ ਰਿੱਧੀਆਂ ਸਿੱਧੀਆਂ ਦੇ ਨਾਲ ਪ੍ਰਾਪਤ ਕਰਨਾ ਚਾਹੁੰਦੇ ਆ, ਪੁੱਠੇ ਸਿੱਧੇ ਲਮਕ ਕੇ ਉਹ ਚਾਰੇ ਪਦਾਰਥ ਮੈਂ ਸਿੱਖਾਂ ਨੂੰ ਸਹਿਦਾਂ ਹੀ ਐਦਾਂ ਦਿਖਾ ਦਿੰਦਾ ਜਿਵੇਂ ਤਲੀ ਤੇ ਔਲਾ ਰੱਖਿਆ ਹੋਵੇ। ਤਾਂ ਇਹਨਾਂ ਨੇ ਚਾਰੇ ਪਦਾਰਥਾਂ ਨੂੰ ਪ੍ਰਾਪਤ ਕਰ ਲੈਣਾ ਮੇਰੇ ਕੋਲੋਂ। ਇਸ ਕਰਕੇ ਸਭ ਵਿਦ ਇਨਕੋ ਕਰੈ ਭਲੇਰੋ, ਮੈਂ ਆਪਣੇ ਸਿੱਖਾਂ ਦਾ ਕੋਈ ਬੁਰਾ ਸੋਚੂੰਗਾ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿ ਹੋਏ ਸਿੱਖਾਂ ਦਾ ਕਿਵੇਂ ਬੁਰਾ ਸੋਚੇਗਾ? ਇਹਨਾਂ ਦਾ ਮੈਂ ਹਰ ਪੱਖ ਤੋਂ ਭਲਾ ਲੋੜਦਾ ਹਾਂ। ਜਿਹੜਾ ਇੱਕ ਵਾਰੀ ਮੇਰਾ ਸਿੱਖ ਬਣ ਗਿਆ, ਜਿਹਨੇ ਮੈਨੂੰ ਇੱਕ ਵਾਰੀ ਯਾਦ ਕਰ ਲਿਆ, ਜੇ ਮਰਦਾ ਵੀ ਕਹਿੰਦਾ ਗੁਰੂ ਬਚਾਓ, ਮੈਂ ਉਦੋਂ ਵੀ ਬਾਂਹ ਫੜ ਲਵਾਂਗਾ। ਏਕ ਚੀਤ ਜੇ ਇੱਕ ਚਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਕਹਿੰਦੇ ਮੈਂ ਉਸ ਨੂੰ ਕਾਲ ਦੀ ਫਾਸੀ ਵਿੱਚ ਨਹੀਂ ਜਾਣ ਦੇਵਾਂਗਾ, ਭਾਵ ਜੰਮਣ ਮਰਨ ਵਿੱਚ ਨਹੀਂ ਜਾਣ ਦੇਵਾਂਗਾ। ਇਹ ਮੇਰਾ ਵਾਅਦਾ ਹੈ ਭਾਈ ਸਾਹਿਬ ਜੀ, ਤੁਸੀਂ ਕੀ ਸਮਝਦੇ ਹੋ? ਔਰ ਮੈਂ ਆਪਣੇ ਸਿੱਖਾਂ ਦੀ ਉਹਨਾਂ ਦੀਆਂ ਰੂਹਾਂ ਦੀ ਹਰ ਥਾਂ ਤੇ ਕਲਿਆਣ ਕਰਾਂਗਾ, ਜੰਮਣ ਮਰਨ ਦੇ ਸੰਕਟ ਵਿੱਚੋਂ ਕੱਢਾਂਗਾ। ਔਰ ਇਸ ਤੋਂ ਉਪਰੰਤ ਹੋਰ ਵੀ ਹੇਤ ਭਾਵ ਪ੍ਰੇਮ ਹੈ। ਇਹ ਮੇਰੇ ਮਹਾਨ ਸਿੱਖਾਂ ਨੂੰ ਪਤਾ ਹੈ ਕਿ ਮੈਂ ਸਿੱਖਾਂ ਦੇ ਨਾਲ ਕਿੰਨਾ ਪਿਆਰ ਕਰਦਾ ਹਾਂ। ਤਾਂ ਉਹ ਸਿੱਖ ਜਿਹੜਾ ਥੋੜਾ ਚਿਰ ਪਹਿਲਾਂ ਪਾਰਸ ਦੀ ਵੱਟੀ ਨੂੰ ਲੈ ਕੇ ਮਾਣ ਕਰ ਰਿਹਾ ਸੀ ਕਿ ਮੈਂ ਬਹੁਤ ਵੱਡੀ ਚੀਜ਼ ਭੇਟ ਕੀਤੀ ਆ, ਜਿਵੇਂ ਕੋਈ ਮਹਿੰਗੀ ਵਸਤੂ, ਜਿਵੇਂ ਆ ਵੱਡੇ ਵੱਡੇ ਏਸੀ ਆ, ਬਹੁਤ ਕੀਮਤੀ ਚੀਜ਼ ਕੋਈ ਲਿਆ ਕੇ ਭੇਟ ਕਰ ਦੇਵੇ, ਅਗਰ ਉਸ ਨੇ ਜਰਾ ਜਿੰਨਾ ਵੀ ਹੰਕਾਰ ਕਰ ਲਿਆ ਤੇ ਸੇਵਾ ਨਿਫਲ ਹੋ ਜਾਣੀ ਆ। ਕੋਈ ਸਤਨਾਮ। ਸਤਿਗੁਰ ਦੀਆਂ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਅਸੀਂ ਸੇਵਾ ਕਿਵੇਂ ਕਰਨੀ ਆ। ਨਿਮਾਣੇ ਬਣ ਕੇ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਕਬੀਰ ਸਾਹਿਬ ਨੇ ਬਚਨ ਸਮਝਾਇਆ ਨਾ। ਇਹ ਭੇਟਾ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ। ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ,
ਤੇਰਾ ਤੁਝ ਕੋ ਸੌਂਪਤੇ ਕਿਆ ਲਾਗਿਆ ਮੇਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੰਗਲ ਵਿੱਚ ਬੈਠੇ ਆ, ਉਹਨਾਂ ਦੇ ਕੋਲ ਇੱਕ ਤਰਖਾਣ। ਗੁਰੂ ਪਿਆਰਿਓ, ਸਤਿਗੁਰਾਂ ਦੇ ਕੋਲ ਪ੍ਰਸ਼ਾਦਾ ਲੈ ਕੇ ਆਉਂਦਾ। ਬਾਢੀ ਤਰਖਾਣ ਨੂੰ ਕਹਿੰਦੇ ਆ ਝੰਡਾ ਬਾਢੀ। ਉਹ ਘਰੋਂ ਪ੍ਰਸ਼ਾਦਾ ਲੈ ਕੇ ਆਇਆ, ਟੋਕਰੀ 'ਚ ਪਾ ਕੇ ਫਲ ਫਰੂਟ, ਪ੍ਰਸ਼ਾਦਾ, ਦਾਲ ਸਬਜ਼ੀ ਸਭ, ਔਰ ਲਿਆ ਕੇ ਸਾਹਮਣੇ ਰੱਖ ਦਿੱਤਾ। ਲਓ ਮਾਰੇ ਪ੍ਰਸ਼ਾਦਾ ਛਕੋ। ਇਹ ਕੌਣ ਲੈ ਕੇ ਆਇਆ ਭਾਈ, ਕਿੱਥੋਂ ਆਇਆ? ਕਹਿੰਦੇ ਜੀ ਭੇਜਿਆ ਤਾਂ ਪਰਮੇਸ਼ਰ ਨੇ ਆ, ਮੈਂ ਚੱਕ ਲਿਆਇਆ। ਕੋਈ ਸਤਿਨਾਮ। ਤੇ ਜੇ ਕਹਿੰਦਾ ਮੈਂ ਲੈ ਕੇ ਆਇਆ ਜੀ, ਭਾਵ ਸਾਧੂ ਤਾਂ ਸਾਡੀ ਬੋਲੀ ਵੇਖਦੇ ਆ, ਕਿਉਂਕਿ ਬੰਦੇ ਦਾ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਕਿ ਅੰਦਰ ਕਿਹੋ ਜਿਹਾ ਹੋਵੇਗਾ। ਬਾਣੀ ਦਾ ਬਚਨ ਹੈ, ਜਾਂ ਬੋਲਿਆ ਤਾਂ ਕੱਢਿਆ ਵਿਚਾਰ, ਉਹਦੀ ਸਮਝ ਆ ਗਈ ਵੀ ਅੰਦਰੋਂ ਕਿਹੋ ਜਿਹਾ ਹੋਵੇਗਾ। ਤੇ ਹਮੇਸ਼ਾ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦੇ ਪਿਆਰਿਆਂ ਦਾ ਪ੍ਰਸ਼ਾਦਾ ਛਕਦੇ ਸੀਗੇ। ਬਈ ਕੀ ਕਹਿੰਦਾ ਝੰਡਾ ਵਾਢੀ, ਮੈਂ ਲਿਆਂਦਾ ਜੀ ਸਾਡੇ ਘਰੋਂ, ਇੱਦਾਂ ਕਹਿੰਦਾ, ਜਾਂ ਹੈ ਪਰਮੇਸ਼ਰ 'ਤੇ ਭਰੋਸਾ। ਪਰ ਵਧੀਆ ਨਿਕਲਿਆ, ਸਾਧੂਆਂ ਦਾ ਸੰਗੀ ਸੀ ਪਹਿਲਾਂ ਤੋਂ ਹੀ। ਕਹਿੰਦਾ ਜੀ ਪਰਮੇਸ਼ਰ ਨੇ ਭੇਜਿਆ, ਮੈਂ ਚੱਕ ਲਿਆਇਆ, ਤੁਸੀਂ ਛਕ ਲਓ। ਕਹੋ ਸਤਿਨਾਮ। ਕਹਿੰਦੇ ਛਕਦੇ ਹਾਂ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਜੀ ਨੂੰ ਕਹਿਣ ਲੱਗਿਆ, ਮਹਾਰਾਜ ਤੁਹਾਡੀਆਂ ਖੇਡਾਂ ਨੂੰ ਤੁਸੀਂ ਜਾਣੋ, ਇਹ ਤੁਹਾਡੀਆਂ ਖੇਡਾਂ ਹਨ। ਗੁਰੂ ਸਾਹਿਬ ਜੀ ਕਹਿੰਦੇ ਸਾਡੇ ਪ੍ਰੇਮ ਨੂੰ ਤਾਂ ਸਾਡੇ ਸਿੱਖ ਹੀ ਜਾਣਦੇ ਆ, ਹੋਰ ਕੌਣ ਜਾਣ ਸਕਦਾ ਹੈ। ਆਹੋ ਮਹਾਰਾਜ ਤੁਹਾਡੇ ਕੌਤਕਾਂ ਦਾ ਤੁਹਾਨੂੰ ਹੀ ਪਤਾ ਹੈ। ਅਲਪੱਗ ਛੋਟੀ ਮੱਤ ਵਾਲੇ, ਸਾਨੂੰ ਕਿੱਥੇ ਇੰਨੀ ਮੱਤ ਹੈ ਮਹਾਰਾਜ ਕਿ ਤੁਹਾਡੇ ਕੌਤਕਾਂ ਨੂੰ ਸਮਝ ਜਾਈਏ। ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਇਹਨੇ ਸਭ ਜਗ ਆਪਣਾ ਸਮਝ ਲਿਆ, ਆਪਣਾ ਤੇ ਬੇਗਾਨਾ ਕੀ ਜਾਣੇ। ਗੁਰੂ ਨਾਨਕ ਨੇ ਸਾਰੇ ਸੰਸਾਰ ਨੂੰ ਆਪਦਾ ਸਮਝਿਆ, ਹੈ ਹੀ ਉਹਦਾ, ਉਹ ਤਾਂ ਮਾਲਕ ਹੈ। ਉਹ ਤਾਂ ਉਸੇ ਤਰ੍ਹਾਂ ਆਇਆ ਗੇੜਾ ਮਾਰ ਨਾਨਕ ਬਣ ਕੇ, ਜਿਵੇਂ ਕੋਈ ਜ਼ਿਮੀਂਦਾਰ ਖੇਤ ਪਹਿਲੀ ਵੇਖਣ ਜਾਂਦਾ ਵੀ ਕੀ ਹਾਲ ਆ ਉਹਦਾ। ਕੋਈ ਸਤਿਨਾਮ। ਅਸੀਂ ਪਰਮੇਸ਼ਰ ਦੀ ਗੁਰੂ ਪਿਆਰਿਓ ਕਿਰਤ ਹਾਂ, ਉਹ ਕਰਤਾ ਹੈ, ਤੇ ਕਰਤਾ ਆਪਣੀ ਕਿਰਤ ਨੂੰ ਵੇਖਣ ਵਾਸਤੇ ਗੁਰੂ ਨਾਨਕ ਦਾ ਰੂਪ ਧਾਰ ਕੇ ਆਇਆ, ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰ ਕੇ ਆਇਆ। ਕਹਿਣ ਲੱਗਿਆ ਜੀ ਅਸੀਂ ਅਲਪੱਗ ਹਾਂ, ਤੁਸੀਂ ਸਭ ਸਮਰੱਥ ਹੋ। ਸੁਨ ਪ੍ਰਸੰਨ ਗੁਰ ਤਾਹੀ ਬਖਾਨਾ, ਮੰਗੋ ਬੜੀ ਚੱਜ ਮਠਾਨਾ। ਚੰਗਾ ਸਿੱਖਾ, ਫਿਰ ਤੂੰ ਮੰਗ ਕੀ ਚਾਹੁੰਦਾ, ਤੈਨੂੰ ਵੀ ਦੇ ਦਈਏ। ਜੋਰ ਸਿੱਖ ਤੁਧ ਬਸਰਾਇਓ, ਤੁਮ ਦਰਸ਼ਨ ਸਭ ਕਿਛ ਪਾਇਓ। ਨਹੀਂ ਮਹਾਰਾਜ ਕੁਛ ਨਹੀਂ ਚਾਹੀਦਾ। ਆ ਜਿਹੜਾ ਤੁਸੀਂ ਮੈਨੂੰ ਦਰਸ਼ਨ ਦੇ ਕੇ ਔਰ ਗਿਆਨ ਦੇ ਕੇ ਦੇ ਦਿੱਤਾ ਨਾ, ਇਦੋਂ ਉੱਤੇ ਹੋਰ ਕੀ ਚਾਹੀਦਾ। ਜੇ ਤੁਰਠੇ ਹੋ ਤੇ ਮੇਰਾ ਵੀ ਜਮਨਾ ਮਰਨਾ ਕੱਟ ਦਿਓ ਜੀ। ਸੰਗ ਪ੍ਰਸੰਗ ਜੇ ਮੇਰਾ, ਜੇ ਨਰ ਪੜੇ ਸੁਨੇ ਕਬੀਰਾ। ਮਹਾਰਾਜ ਤੁਹਾਡੇ ਨਾਲ ਲੋਕ ਮੈਨੂੰ ਵੀ ਯਾਦ ਕਰਨਗੇ, ਤੇ ਜਿਹੜੇ ਤੁਹਾਡੇ ਨਾਲ ਆਪਣਾ ਇਹ ਪ੍ਰਸੰਗ ਸਾਂਝਾ ਕਰਨਗੇ, ਜਦੋਂ ਇਹ ਸਾਖੀ ਸੁਣਨਗੇ, ਸਿੱਖ ਸ਼ਰਧਾ ਗੁਰ ਕੀ ਪਾਏ, ਤੁਮਰੇ ਚਰਨ ਜਾਈ ਸਮਾਏ। ਔਰ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਸ਼ਰਧਾ ਪਿਆਰ ਪੈਦਾ ਹੋ ਜੂ। ਵੀ ਦੇਖੋ ਸਿੱਖ ਨੂੰ ਮਾਣ ਹੋਇਆ ਸੀ, ਮਨਾ ਤੂੰ ਮਾਣ ਨਾ ਕਰੀ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਔਰ ਇਹ ਮਾਨ ਉਸੇ ਤਰ੍ਹਾਂ ਹੈ ਜਿਵੇਂ ਲੱਖ ਮਣ ਮੜੀਆਂ ਕਰ ਇਕੱਠੇ ਏਕ ਰੱਤੀ ਲੈ ਪਾਏ। ਲੱਖਾਂ ਮਣ ਲੱਕੜਾਂ ਦਾ ਢੇਰ ਤੇ ਇੱਕ ਡੱਬੀ ਦੀ ਸੀਖ ਸਾੜ ਕੇ ਸਵਾਹ ਕਰ ਦੇਵੇ। ਸਾਡੇ ਚੰਗੇ ਕਰਮਾਂ ਨੂੰ, ਚੰਗੇ ਕੰਮਾਂ ਨੂੰ, ਚੰਗੀ ਕਿਰਤ ਨੂੰ, ਚੰਗੀ ਸੇਵਾ ਨੂੰ, ਚੰਗੇ ਸਿਮਰ ਨੂੰ ਹੰਕਾਰ ਸਾੜ ਕੇ ਸਵਾਹ ਕਰ ਦਿੰਦਾ। ਤਾਂ ਤੇ ਗੁਰੂ ਸਾਹਿਬ ਨੇ ਇਹਨਾਂ ਪੰਜਾਂ ਦਾ ਬੜਾ ਖਿਆਲ ਰੱਖਣ ਦਾ ਹੁਕਮ ਦਿੱਤਾ, ਇਹਨਾਂ ਤੋਂ ਬਚੋ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖਾ, ਗੁਰੂ ਤਥਾ ਸਤ ਤਬ ਕਹਿ ਦੀਨਾ, ਪਾਸਰੇ ਹੁਕਮ ਸਿੱਖ ਪਰਬੀਨਾ। ਤਥਾ ਅਸਤੂ ਭਾਵ ਇੱਦਾਂ ਹੀ ਹੋਵੇਗਾ, ਸੱਤ ਇੱਦਾਂ ਹੀ ਹੋਵੇਗਾ ਜਿਵੇਂ ਤੂੰ ਕਹਿਣਾ ਹੈ। ਸਿੱਖ ਦੇ ਮਨ ਵਿੱਚ ਬੜਾ ਪਿਆਰ ਪੈਦਾ ਹੋ ਗਿਆ ਹੈ। ਹੁਣ ਉਹ ਸਿੱਖ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਹੀ ਰਹਿਣ ਲੱਗਿਆ ਜੀ। ਔਰ ਸਮਾਂ ਆਇਆ, ਗੁਰੂ ਦੇ ਚਰਨਾਂ ਨਾਲ ਜੁੜਿਆ, ਸਿਮਨ ਭਜਨ ਬੰਦਗੀ ਕਰਦਾ ਰਿਹਾ, ਲਿਵ ਲੱਗੀ। ਤੇ ਜਦ
ਸਰੀਰ ਤਿਆਗਣ ਦਾ ਸਮਾਂ ਆਇਆ ਤੇ ਮੁਕਤੀ ਨੂੰ ਪ੍ਰਾਪਤ ਹੋਇਆ ਜੀ ਦੋਹਰਾ। ਏਤਕ ਦਿਨ ਬੀਤੇ ਬਹੁਰਾ ਬਣੀ ਕਠਨ ਸਭ ਹੋਨ। ਉਸ ਤੋਂ ਬਾਅਦ ਵੀ ਰਾਸ਼ਨ ਪਾਣੀ ਫੇਰ ਕਿਲੇ ਦੇ ਵਿੱਚ ਮਸਤ ਹੋ ਗਿਆ ਗੁਰੂ ਪਿਆਰਿਓ, ਔਰ ਸਿੰਘਾਂ ਨੂੰ ਬੜਾ ਔਖਾ ਸਮਾਂ ਫੇਰ ਆਇਆ ਹੈ। ਖਾਨ ਪਾਨ ਕਿਉਟ ਜਪੈ ਚੁਦਤਾ ਤ੍ਰਿਪਤ ਕੇ ਸੋਹਣਾ। ਅੰਦਰ ਖਾਣ ਪੀਣ ਦਾ ਇੰਤਜ਼ਾਮ ਜਿਹੜਾ ਕੋਈ ਨਹੀਂ ਹੈ। ਸਿੰਘ ਭੁੱਖੇ ਤੇ ਤਿਹਾਏ ਰਹਿਣ ਲੱਗੇ। ਮਾਰਗ ਘਾਟੇ ਰੂਪਨ ਕਰੇ ਥਲ ਥਲ ਪ੍ਰਤ ਸਵਦਾਨੀ ਧਰੇ। ਤਾਂ ਇਉਂ ਹੁਣ ਇਹਨਾਂ ਤੁਰਕਾਂ ਨੇ, ਪਹਾੜੀਆਂ ਨੇ, ਜਿਹੜੇ ਰਸਤੇ ਸਨ ਪਿੰਡਾਂ ਵੱਲ ਜਾਣ ਦੇ, ਪਹਾੜਾਂ ਵਿੱਚ ਦੀ ਘਾਟਾ ਹੁੰਦਾ ਜਿਵੇਂ ਦੋ ਪਹਾੜੀਆਂ ਦੇ ਵਿਚਾਲੋਂ ਲੰਘਣ ਦੀ ਰਸਤਾ, ਉਹਨੂੰ ਘਾਟ ਕਹਿੰਦੇ ਆ। ਕਹਿੰਦੇ ਹੁਣ ਇਹਨਾਂ ਤੁਰਕਾਂ ਤੇ ਪਹਾੜੀਆਂ ਨੇ ਸਾਰੇ ਰਸਤਿਆਂ ਤੇ ਪਹਿਰੇ ਬਿਠਾ ਦਿੱਤੇ ਆ, ਘਾਟੇ ਰੋਕ ਲਏ ਹਨ, ਥਾਂ ਥਾਂ ਤੇ ਸਾਵਧਾਨੀ ਵਰਤ ਲਈ ਜੀ। ਬਰੇ ਸਿੰਘ ਬਾਹਰ ਜਿਸ ਦਿਨ ਤੇ ਬਰਜਨ ਪਏ ਸਤਿਗੁਰੂ ਬਚਨ ਤੇ। ਹਾਂ, ਪਿਛਲੇ ਦਿਨੀ ਜਦੋਂ ਸਿੰਘ ਗਏ ਸੀ ਰਾਸ਼ਨ ਪਾਣੀ ਲੈਣ ਤੇ ਉਹਨਾਂ ਨੇ ਘੇਰਾ ਪਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਪਾਤਸ਼ਾਹ ਕਹਿੰਦੇ ਨਹੀਂ ਜਾਣਾ ਤੁਸੀਂ, ਹੁਣ ਕਿਲੇ ਤੋਂ ਬਾਹਰ ਨਹੀਂ ਜਾਣਾਗਾ, ਕੋਈ ਰਾਸ਼ਨ ਲੈਣ ਨਹੀਂ ਜਾਣਾ, ਜੋ ਇੱਥੇ ਮਿਲਦਾ ਉਹ ਛਕੋ, ਨਹੀਂ ਤਾਂ ਫਿਰ ਰੱਬ ਰੱਬ ਕਰੋ। ਤਨ ਕੋ ਤੇਰੇ ਗਮਨੇ ਨਹੀਂ ਪਰੇ ਵਿੱਚ ਘੇਰੇ। ਘੇਰੇ ਦੇ ਵਿੱਚ ਸਿੰਘ ਬੈਠੇ ਰਹੇ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ, ਲੋਹਗੜ੍ਹ ਦੇ ਕਿਲੇ ਵਿੱਚ। ਇਹਨਾਂ ਕਿਲਿਆਂ ਤੋਂ ਬਾਹਰਲੇ ਪਾਸੇ ਘੇਰਾ ਇਹਨਾਂ ਨੇ ਪਾਇਆ ਹੋਇਆ ਸੀਗਾ। ਹੁਣ ਸਿੰਘ ਬਾਹਰ ਜਾਣੋਂ ਬੰਦ ਕਰ ਦਿੱਤਾ ਹੈ ਜੀ। ਔਰ ਸਿੰਘ ਹੁਣ ਨਿਕਲਦੇ ਆ ਘੇਰੇ ਆਪਣੇ ਕਿਲੇ ਚੋਂ, ਤਾਂ ਲੜਨ ਵਾਸਤੇ ਨਿਕਲਦੇ ਆ, ਔਰ ਉਸੇ ਤਰ੍ਹਾਂ ਭੁੱਖੇ ਹੀ ਜੰਗ ਮਚਾਉਂਦੇ ਹਨ। ਔਰ ਦਰਖਤਾਂ ਦੇ ਛਿੱਲੜ ਵੀ ਲਾ ਲਾ ਕੇ, ਰਿੰਨ ਰਿੰਨ ਕੇ, ਉਬਾਲ ਉਬਾਲ ਕੇ, ਕੁੱਟ ਪੀਸ ਕੇ ਖਾਣ ਲੱਗੇ ਹਨ। ਘਾਹ, ਦਰਖਤਾਂ ਦੇ ਪੱਤੇ, ਫਲ ਫੁੱਲ, ਇੱਥੋਂ ਤੱਕ ਕਿ ਜਦੋਂ ਸਰੀਰ ਡਾਊਨ ਹੁੰਦਾ ਸੀ ਤਾਂ ਅੱਕ ਦੇ ਵਿੱਚ ਇੱਕ ਫੁੱਲ ਹੁੰਦਾ ਚਿੱਟੇ ਰੰਗ ਦਾ, ਫੁੱਲ ਦੇ ਵਿਚਾਲੇ ਇੱਕ ਡੋਡੀ ਹੁੰਦੀ ਹੈ। ਕਈ ਵਾਰੀ ਉਸ ਨੂੰ ਖਾਣਾ ਪਾਣੀ ਦੇ ਨਾਲ, ਉਹਦੇ ਨਾਲ ਜਿਹਦਾ ਟੈਂਪਰੇਚਰ ਹੈ ਖੂਨ ਦਾ, ਇਹ ਫਿਰ ਤੇਜ਼ ਹੋ ਜਾਂਦਾ। ਕੋਈ ਸਤਨਾਮ ਸੀ। ਕਈ ਵਾਰੀ ਉਹ ਅੱਕਾਂ ਦੀਆਂ ਡੋਡੀਆਂ ਵੀ ਖਾਧੀਆਂ ਸਿੰਘਾਂ ਨੇ ਆਪਣੇ ਸਰੀਰ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ, ਔਰ ਦਰਖਤਾਂ ਦੇ ਕੋਮਲ ਪੱਤੇ ਵੀ ਸੂਤ ਕੇ ਖਾ ਗਏ। ਗੁਰਬਾਣੀ ਪਾਠ ਕਰਕੇ ਇਸੀ ਆਸਰੇ ਰਹਿਤ ਵਿਚਰ ਗਿਆ। ਔਰ ਸਿੰਘ ਜਿਹੜੇ ਹਨ ਆਪਣਾ ਜੀਵਨ ਕੁਝ ਜੰਗ ਵਿੱਚ ਤੇ ਵਿਹਲਾ ਸਮਾਂ ਗੁਰਬਾਣੀ ਪੜ੍ਹਨ ਵਿੱਚ ਬਤੀਤ ਕਰਦੇ ਹਨ। ਔਰ ਹੁਣ ਇਹ ਉਹਨਾਂ ਰਿਸ਼ੀਆਂ ਮੁਨੀਆਂ ਦੀ ਨਿਆਈ ਹੋ ਗਏ ਜਿਵੇਂ ਪੌਣਾਹਾਰੀ ਸੁਣੇ ਸੀ। ਪਰ ਅੱਜ ਇਹਨਾਂ ਸਿੰਘਾਂ ਦੇ ਵਿੱਚ ਪਾਤਸ਼ਾਹ ਨੇ ਉਹ ਕਲਾ ਵਰਤਾ ਕੇ ਵਿਖਾ ਦਿੱਤੀ ਹੈ। ਵਾਕਿਆ ਸਿੰਘ ਹਵਾ 'ਤੇ ਹੋ ਗਏ ਹਨ। ਹੁਣ ਕੁਝ ਖਾਣ ਨੂੰ ਮਿਲਦਾ ਨਹੀਂ, ਪੌਣਾਹਾਰੀ ਜੀਵਨ ਸ਼ੁਰੂ ਕਰ ਦਿੱਤਾ ਹੈ। ਹੁਣ ਆਉਣ ਵਾਲੇ ਸਮੇਂ ਨੂੰ ਇਹ ਆਪਣੇ ਸਰੀਰ ਦਾ ਹੁਣ ਕੋਈ ਮਾਣ ਨਹੀਂ, ਇਹਦੇ ਨਾਲੋਂ ਸੁਰਤ ਟੁੱਟ ਚੁੱਕੀ ਆ। ਪਤਾ ਨਹੀਂ ਕਦੋਂ ਛੁੱਟ ਜਾਵੇ, ਇਹ ਇੰਨਾ ਕਮਜ਼ੋਰ ਹੋ ਗਿਆ। ਇਸ ਕਰਕੇ ਤਾਂ ਪਾਤਸ਼ਾਹ ਕਹਿੰਦੇ ਆ ਨਾ ਪਿੱਛੇ, ਇਹ ਜਦੋਂ ਸਰੀਰ ਛੱਡਣਗੇ ਤਾਂ ਮੈਨੂੰ ਯਾਦ ਕਰਦੇ ਹੋਏ ਛੱਡਣਗੇ, ਅਤੇ ਇਹਨਾਂ ਦੇ ਮੈਂ ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖ ਹਨ ਉਹ ਜੰਮਣ ਮਰਨ ਦੇ ਖਤਮ ਕਰ ਦੇਣੇ ਹੈ, ਅਤੇ ਮੇਰੇ ਲੋਕ ਨੂੰ ਲੈ ਜਾਣਾ ਇਹਨਾਂ ਨੂੰ। ਇਸ ਕਰਕੇ ਹੁਣ ਸਿੰਘਾਂ ਦਾ ਸਰੀਰ ਦਾ ਜਿਹੜਾ ਹੰਕਾਰ ਸੀ, ਜਾਂ ਪਹਿਲਾਂ ਹੋਣਾ ਕਿ ਅਸੀਂ ਬੜੇ ਤਕੜੇ ਹਾਂ, ਬੜੇ ਯੋਧੇ ਹਾਂ, ਅਸੀਂ ਤੁਰਕਾਂ ਨੂੰ ਇੱਦਾਂ ਕਰ ਦਿਆਂਗੇ, ਭਾਵੇਂ ਕਿ ਹੁਣ ਵੀ ਕਰ ਦਿੰਦੇ ਹੈ, ਪਰ ਜਿਹੜਾ ਕੋਈ ਮਾੜਾ ਮੋਟਾ ਮਾਣ ਸੀ ਸਰੀਰ ਦਾ ਉਹ ਵੀ ਕਹਿੰਦੇ ਖਤਮ ਹੋ ਗਿਆ ਹੈ। ਭੁੱਖੇ ਰਹਿ ਕੇ ਦੁੱਖ ਨੂੰ ਝੱਲ ਕੇ ਵੀ ਡੋਲਣ ਦੇ ਨਹੀਂ। ਇੱਕ ਦਿਨ ਕਿਤੇ ਗੁਰੂ ਸਾਹਿਬ ਨੇ ਘੁੰਮਦੇ ਘੁਮਾਉਂਦੇ ਕਿਸੇ ਦਰਖਤ ਦੇ ਕੋਲ ਚਲੇ ਗਏ। ਉਹਦਾ ਤਣਾ ਵੇਖ ਕੇ ਪੁੱਛਣ ਲੱਗੇ, ਹੁਣ ਉੱਤੋਂ ਛਿੱਲਿਆ ਪਿਆ ਉਹਦਾ ਤਣਾ, ਛਿੱਲਾਂ ਲਾਹ ਦਿੱਤੀਆਂ ਉੱਤੋਂ, ਸਿੰਘਾਂ ਨੇ ਉਬਾਲ ਕੇ ਉਹਨਾਂ ਨੂੰ ਪੋਲੀਆਂ ਕਰਕੇ ਖਾ ਗਏ ਆ। ਪਾਤਸ਼ਾਹ ਕਹਿੰਦੇ ਵੀ ਇਹ ਦਰਖਤ ਨੂੰ ਕਿਹਨੇ ਛਿੱਲ ਦਿੱਤਾ?
ਇਹਦੀਆਂ ਛਿੱਲਾਂ ਕਿਹਨੇ ਲਾਈਆਂ? ਦੁੱਖ ਦੀ ਵਿਆਕੁਲੋ ਬਹਿਬ ਕੈ ਸਿੰਘ ਵਿੱਚ ਅਗਨ ਰਿਜੇ ਕੈ। ਮਹਾਰਾਜ ਅਸੀਂ ਭੁੱਖ ਦੇ ਕਾਰਨ ਲਾ ਕੇ ਤੇ ਉਬਾਲ ਕੇ ਖਾ ਲਈਆਂ ਹਨ। ਗੁਰ ਕਹਿਓ ਹਟਾਵਨ ਕੀਜੈ ਇਸ ਭੋਜਨ ਤੇ ਰੋਗੀ ਤੀਜੈ। ਬਾਦਸ਼ਾਹ ਕਹਿੰਦੇ ਇਹ ਨਹੀਂ ਖਾਣੀਆਂ, ਇਹ ਅੰਦਰ ਬਿਮਾਰੀ ਪੈਦਾ ਕਰ ਦੇਣਗੇ ਛਿੱਲੜ, ਐਸਾ ਕੰਮ ਨਹੀਂ ਕਰਨਾ ਕਿਸੇ ਨੇ। ਭਜਨ ਕੀਨੇ ਸਭ ਹੀ ਵੀਰ ਬਹਿਰ ਪਰਿਓ ਸ਼ਤਰਨ ਕੋ ਘੇਰ। ਔਰ ਬਾਹਰ ਦੁਸ਼ਮਣ ਦਾ ਘੇਰਾ ਪਿਆ ਹੋਇਆ, ਅੰਦਰਲਿਆਂ ਨੂੰ ਕਹਿੰਦੇ ਛਿੱਲੜ ਖਾਣ ਤੋਂ ਵੀ ਰੋਕ ਦਿੱਤਾ। ਪਾਤਸ਼ਾਹ ਕਹਿੰਦੇ ਇਹ ਬਿਮਾਰੀ ਲੱਗ ਜਾਣੀ ਆ ਤੁਹਾਨੂੰ, ਭਜਨ ਕਰਿਆ ਕਰੋ, ਕੁਛ ਨਹੀਂ ਹੁੰਦਾ। ਕੇਤਕ ਅਸ਼ਰ ਤਕ ਮਾਤ ਸੁਨਾਵੈ ਗੁਰਮਤਿ ਵਾਲੀ ਬਾਕ ਅਲਾਵੈ। ਔਰ ਕਈ ਸ਼ਰਧਾ ਰਹਿਤ ਸਿੱਖ ਜਿਹੜੇ ਕੋਈ ਥੋੜ੍ਹੀ ਬਹੁਤੀ ਦੁੱਖ ਨੂੰ ਨਾ ਝੱਲ ਸਕੇ, ਜਿਹੜੇ ਉਹਨਾਂ ਨੇ ਜਾ ਕੇ ਮਾਤਾ ਗੁਜਰੀ ਜੀ ਕੋਲ ਬੇਨਤੀ ਕੀਤੀ, ਮਾਤਾ ਜੀ ਇਹ ਗੁਰੂ ਨੂੰ ਕੀ ਹੋ ਗਿਆ, ਇਹ ਮਸਤ ਹੋ ਗਿਆ, ਮਤਵਾਲਾ ਹੋ ਗਿਆ, ਸਾਡੀ ਗੱਲ ਨਹੀਂ ਸੁਣਦਾ। ਕਰ ਜਤਨ ਬਤਾਓ ਸਾਰੀ ਨਾ ਕਹੂ ਵੀ ਸਭ ਕੀਰ ਸੰਗਾਰੀ। ਮਾਤਾ ਜੀ ਸਮਝਾਓ ਉਹਨਾਂ ਨੂੰ, ਤੁਹਾਡੇ ਪੁੱਤਰ ਹੈ, ਬੇਨਤੀ ਕਰੋ ਉਹਨਾਂ ਨੂੰ ਸਾਨੂੰ ਬਚਾਉਣ ਵਾਸਤੇ ਕੁਝ ਖਾਣ ਪੀਣ ਦਾ ਇੰਤਜ਼ਾਮ ਕਿਵੇਂ ਨਾ ਕਿਵੇਂ ਕਰਨ, ਨਹੀਂ ਤਾਂ ਐਦਾਂ ਹੀ ਮਰ ਜਾਵਾਂਗੇ। ਬਨ ਕੇ ਦੀਨ ਜਾਏ ਕਿ ਗਿਆਵੈ ਕਿਉਂ ਨਾ ਇਨਕੇ ਪ੍ਰਾਨ ਬਚਾਵੈ। ਔਰ ਇਸ ਤਰ੍ਹਾਂ ਦੀਨ ਬਣ ਕੇ ਜਾ ਕੇ ਮਾਤਾ ਜੀ ਗੁਰੂ ਪਾਤਸ਼ਾਹ ਜੀ ਕੋਲ ਬੇਨਤੀ ਕਰਦੇ ਹਨ, ਪੁੱਤਰਾ ਆ ਤੇਰੇ ਪੁੱਤਰ ਸਿੱਖ ਭੁੱਖ ਦੇ ਦੁੱਖ ਨਾਲ ਮਰ ਰਹੇ ਆ, ਤੂੰ ਇਹਨਾਂ ਨੂੰ ਬਚਾਉਣਾ ਨਹੀਂ ਚਾਹੁੰਦਾ। ਸੰਗਰਾਮ ਸਦਾਈ ਚਹੈ ਬਖਸ਼ੋ ਭੋਜਨ ਲਗਤੀ ਰਹੈ। ਇਹ ਤਾਂ ਹਮੇਸ਼ਾ ਤੇਰੇ ਨਾਲ ਜੰਗਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਆ, ਤੇ ਤੂੰ ਇਹਨਾਂ ਨੂੰ ਬਚਾਉਣ ਵਾਸਤੇ ਭੋਜਨ ਦਾ ਇੰਤਜ਼ਾਮ ਕਰ। ਮਨ ਕੋ ਤਿਆਗਣ ਜੇ ਮਨ ਠਾਨੈ ਤਜੇ ਅੰਧਪੁਰ ਕਉ ਬਿਆਨੈ। ਤੇ ਜਾਂ ਫਿਰ ਕੋਈ ਬਿਉਂਤ ਬਣਾ ਆਪਾਂ ਆਨੰਦਪੁਰ ਛੱਡ ਜਾਈਏ, ਨਿਕਲ ਜਾਈਏ ਇਥੋਂ। ਦੇਖ ਇਹਨਾਂ ਸਿੰਘਾਂ ਦਾ ਕੀ ਹਾਲ ਹੋਇਆ, ਭੋਜਨ ਤੋਂ ਬਗੈਰ ਹੱਡ ਚੰਮ ਸੁੱਕ ਗਿਆ ਹੈ, ਪਿੰਜਰ ਬਣ ਗਏ ਹਨ ਸਰੀਰ। ਜੀਵਦਾਨ ਸਭ ਕੋ ਬਤੀਜੈ ਜਾਨ ਆਪਣੇ ਰੱਖਿਆ ਕੀਜੈ। ਆਪਣੇ ਬੱਚੇ ਜਾਣ ਕੇ ਇਹਨਾਂ ਦੀ ਰੱਖਿਆ ਕਰ, ਇਹਨਾਂ ਨੂੰ ਜੀਵਨ ਦਾਨ ਬਖਸ਼ੋ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਸਿੱਖ ਮਾਤਾ ਜੀ ਨੂੰ ਕਹਿੰਦੇ ਆ ਰੋਜ਼, ਤੇ ਮਾਤਾ ਜੀ ਸਤਿਗੁਰਾਂ ਦੇ ਕੋਲ ਆਉਂਦੇ ਹਨ। ਫਿਰ ਸਣੇ ਸਣੇ ਸੋ ਪ੍ਰਸੰਗ ਚਲਾਇਓ ਸੰਕਟ ਪ੍ਰਭਤੀ ਨੀਤ ਸੁਨਾਇਓ। ਪਹਿਲਾਂ ਤਾਂ ਮਾਤਾ ਜੀ ਵੀ ਸੋਚਦੇ ਸੀ ਕਿ ਪਤਾ ਨਹੀਂ ਕੀ ਜਵਾਬ ਦੇਵੇਗਾ ਮੇਰਾ ਲਾਲ। ਹੌਲੀ ਹੌਲੀ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਚਲਾ ਕਰਕੇ ਫਿਰ ਮਾਤਾ ਜੀ ਨੇ ਗੱਲ ਚਲਾਈ ਆ। ਔਰ ਮਾਤਾ ਜੀ ਕਹਿਣ ਲੱਗੇ, ਪੁੱਤਰਾ ਆ ਦੇਖ ਤੁਹਾਡੇ ਸਿੱਖਾਂ ਨੂੰ ਸਿੰਘਾਂ ਨੂੰ ਕਿੰਨੀ ਭੁੱਖ ਵਿਆਪ ਚੁੱਕੀ ਹੈ। ਇਹਨਾਂ ਦੇ ਸਰੀਰ ਨਿਰਮਲ ਹੋ ਗਏ, ਬਲ ਰਹਿਤ ਹੋ ਗਏ, ਕਮਜ਼ੋਰ ਹੋ ਗਏ, ਇਹਨਾਂ ਨੂੰ ਤ੍ਰਿਪਤ ਕਰੋ, ਰਜਾਓ, ਤੇ ਫਿਰ ਜੰਗ ਦੇ ਮੈਦਾਨ ਵਿੱਚ ਲੜਨਗੇ। ਤੋ ਸਿੰਘਾਂ ਨੇ ਮਾਤਾ ਗੋਜਰੀ ਜੀ ਨੂੰ ਸਮਝਾ ਕੇ ਲਿਆਂਦਾ ਹੈ ਕਿ ਜਾ ਕੇ, ਨਹੀਂ ਤਾਂ ਲਾਲ ਜੀ ਨੂੰ ਕਹੋ ਆਪਾਂ ਕਿਲਾ ਛੱਡ ਕੇ ਨਿਕਲ ਜਾਈਏ ਇੱਥੋਂ, ਕਿਸੇ ਤਰ੍ਹਾਂ ਜਾਨ ਬਚ ਜਾਵੇ, ਕਿਤੇ ਹੋਰ ਜਾ ਕੇ ਰਾਸ਼ਨ ਮਿਲੇਗਾ, ਖਾ ਕੇ ਜਾਨ ਬਚ ਜਾਵੇਗੀ। ਤੋ ਮਾਤਾ ਗੁਜਰੀ ਜੀ ਕਹਿਣ ਲੱਗੇ, ਪੁੱਤਰਾ ਦੇਖ ਆਪਣੇ ਸਿੰਘਾਂ ਦਾ ਕੀ ਹਾਲ ਹੈ, ਜਿਹੜੇ ਇਤਨੇ ਤਕੜੇ ਸਨ ਉਹ ਨਿਰਬਲ ਤੇ ਦੁਰਬਲ ਹੋ ਗਏ। ਆਪਾਂ ਕਿਉਂ ਨਾ ਆਨੰਦਪੁਰ ਛੱਡ ਕੇ ਨਿਕਲ ਜਾਈਏ, ਜਾਨ ਬਚ ਜਾਵੇ, ਫਿਰ ਚੰਗਾ ਰਾਸ਼ਨ ਪਾਣੀ ਕਿਤੇ ਮਿਲ ਜਾਵੇਗਾ, ਖਾ ਪੀ ਕੇ ਤਕੜੇ ਹੋ ਜਾਵਾਂਗੇ, ਫਿਰ ਆਨੰਦਪੁਰ ਛਡਾ ਲਾਂਗੇ ਇਹਨਾਂ ਤੋਂ। ਤੇ ਜੇ ਇਹ ਭੁੱਖ ਦੇ ਦੁੱਖ ਨਾਲ ਹੀ ਮਰ ਗਏ ਫਿਰ ਤਾਂ ਮਿੱਟੀ ਦਾ ਢੇਰ ਹੋ ਜਾਣੇ ਆ। ਜੀਵਨ ਲਗੇ ਸਭ ਕਿਛ ਜਾਣੈ ਜੋ ਜਗ ਮੇ ਬਿਹਾਰ ਸਭ ਠਾਨੈ। ਇਸ ਕਰਕੇ ਜੇ ਜਿਉਂਦੇ ਆ ਤਾਂ ਸਭ ਕੁਝ ਹੈ,
ਮਰ ਗਏ ਤਾਂ ਸਭ ਥਾਈਂ ਪਰ ਲਓ, ਆ ਮਰੇ ਸੰਸਾਰ ਦੇ ਵਿੱਚ ਪਰ ਲਓ। ਇਸ ਕਰਕੇ ਸਾਰੇ ਜੱਗ ਦੇ ਵਿੱਚ ਵਿਹਾਰ ਜੀਵਨ ਨਾਲ ਹੀ ਚੱਲਦੇ ਆ। ਨਾਹੀਂ ਤਾਂ ਸਕਲ ਸਿੰਘਮ ਕਹੈ, ਆਸ ਦਿਖੇ ਆਪ ਹੀ ਅਹੈ। ਔਰ ਨਹੀਂ ਤਾਂ ਸਾਰੇ ਸਿੰਘ ਇਸ ਪ੍ਰਕਾਰ ਕਹਿਣਗੇ ਅਸੀਂ ਤੁਹਾਡੀ ਆਗਿਆ ਵਿੱਚ ਹਾਂ। ਕਰੋ ਹੁਕਮ ਸੰਗਰਾਮ ਮਚਾਵੈ, ਸ਼ਤਰੂ ਹਜ਼ਾਰ ਮੈਂ ਕੋ ਤਨ ਕਾਵੈ। ਨਹੀਂ ਤਾਂ ਫਿਰ ਸ਼ਤਰੂ ਉਹ ਉੱਥੇ ਘੇਰਾ ਪਾ ਕੇ ਬੈਠੇ, ਆਪਾਂ ਕਿਲੇ 'ਚ ਬੈਠੇ ਆ, ਸਾਨੂੰ ਆਗਿਆ ਦਿਓ ਅਸੀਂ ਬਾਹਰ ਨਿਕਲੀਏ ਔਰ ਦੁਸ਼ਮਣ ਦੇ ਨਾਲ ਜੰਗ ਕਰੀਏ। ਜਾਂ ਤਾਂ ਦੁਸ਼ਮਣ ਨੂੰ ਮਾਰ ਕੇ ਟੱਪ ਜਾਵਾਂਗੇ ਤੇ ਜਾਂ ਫਿਰ ਸ਼ਹੀਦੀਆਂ ਪਾ ਲਵਾਂਗੇ। ਆਪ ਮਰੇ ਤਿਨ ਕੇ ਵਿੱਚ ਵਰਕੈ, ਸਗਰੇ ਸੰਕਟ ਦਿਓ ਨਿਵਰਕੈ। ਔਰ ਜਦੋਂ ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਨੂੰ ਆਗਿਆ ਦਿਓ, ਆਪ ਮਰੈ ਤਿਨ ਕੈ ਵਿੱਚ ਵਰਕੈ, ਇਹ ਕਹਿੰਦੇ ਅਸੀਂ ਤੁਰਕਾਂ ਨੂੰ ਘੇਰਾ ਪਾਇਆ ਨਾ, ਉਹਨਾਂ ਨਾਲ ਲੜ ਕੇ ਉਹਨਾਂ ਨੂੰ ਮਾਰਾਂਗੇ ਤੇ ਚਾਹੇ ਮਰ ਜਾਈਏ। ਸਕਲ ਕੁਟੰਬ ਆਪ ਕੋ ਜਾਨਾ, ਦੀਜੇ ਅਭੀ ਪ੍ਰਾਨ ਕੋ ਦਾਨਾ। ਇਸ ਕਰਕੇ ਤੁਹਾਡਾ ਪਰਿਵਾਰ ਹੈ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਕਿਰਪਾ ਕਰੋ ਇਹਨਾਂ ਨੂੰ ਪ੍ਰਾਣ ਦਾਨ ਵਿੱਚ ਦਿਓ, ਭਾਵ ਇਹਨਾਂ ਦੀ ਜਾਨ ਬਚਾਓ। ਸੁਣ ਮਾਤਾ ਤੇ ਸਿੱਖ ਵੈਸੈ, ਸਭਨ ਸੁਨਾਏ ਪੰਜੋ ਗੁਰੈਸੇ। ਤਾਂ ਸਤਿਗੁਰੂ ਪਾਤਸ਼ਾਹ ਜੀ ਮਾਤਾ ਜੀ ਦੀ ਗੱਲ ਸੁਣ ਕੇ ਕੋਲੇ ਸਿੰਘ ਵੀ ਨਾਲ ਆ ਕੇ ਬੈਠੇ ਆ, ਕੁਝ ਸਾਰਿਆਂ ਨੂੰ ਸੁਣਾਉਂਦੇ ਹੋਏ ਕਹਿਣ ਲੱਗੇ, ਪੂਜਾ ਕੋ ਤਨ ਨਿਕਟ ਹਮਾਰੀ, ਸੋਨੇ ਦੇਬੋ ਬਨੇ ਆਹਾਰੀ। ਪਾਤਸ਼ਾਹ ਕਹਿੰਦੇ ਮੇਰੇ ਕੋਲੇ ਤਾਂ ਚੜਾਵੇ ਵਾਲੀ ਮਾਇਆ ਹੈ, ਇਹ ਮੈਂ ਤੁਹਾਨੂੰ ਖਵਾਉਣੀ ਨਹੀਂ। ਕਹੋ ਸਤਨਾਮ। ਹੈਗੀ ਤਾਂ ਹੈ, ਪਰ ਕਹਿੰਦੇ ਇਹ ਪੂਜਾ ਦਾ ਧਨ ਹੈ ਜਿਹੜਾ, ਇਹ ਨਹੀਂ ਮੈਂ ਤੁਹਾਨੂੰ ਖਵਾਉਣਾ। ਇਹ ਜ਼ਹਿਰ ਹੈ, ਮੈਂ ਤੁਹਾਨੂੰ ਅਮਰ ਦਿੱਤਾ। ਮੈਂ ਦੋਨੇ ਚੀਜ਼ਾਂ ਇਕੱਠੀਆਂ ਕਿਵੇਂ ਦੇ ਦਿਆਂ ਸੋਨੂੰ। ਕੋ ਸਤਨਾਮ। ਹਲਾਹਲ ਕਹਿੰਦੇ ਆ ਜ਼ਹਿਰ ਨੂੰ, ਬਹੁਤ ਭਿਆਨਕ ਜ਼ਹਿਰ ਨੂੰ ਹਲਾਹਲ ਕਹਿੰਦੇ ਆ। ਪਾਤਸ਼ਾਹ ਕਹਿੰਦੇ ਜਿਹੜਾ ਇਹ ਪੂਜਾ ਦਾ ਧਨ ਹੈ ਸਿੰਘੋ, ਮੈਂ ਸੋਨੂੰ ਨਹੀਂ ਖਵਾਉਣਾ, ਮੈਂ ਤਾਂ ਤੁਹਾਨੂੰ ਅਮਰ ਦਿੱਤਾ ਹੋਇਆ, ਜੀਵਨ ਦਾਨ ਦਿੱਤਾ ਹੋਇਆ। ਮੈਂ ਤੁਹਾਨੂੰ ਇਹ ਜ਼ਹਿਰ ਕਿਵੇਂ ਖਵਾ ਦਿਆਂ। ਹਾਂ, ਜੇਕਰ ਤੁਸੀਂ ਇਹ ਖਾਣਾ ਨਹੀਂ ਰਹਿੰਦੇ, ਜਿਵੇਂ ਅੱਜ ਭਾਖੇ ਅਪੱਖ ਸਭ ਖਾਏ, ਬਾਣੀ ਕਹਿੰਦੀ ਹੈ ਦੁਨੀਆ ਦਾ ਐਸਾ ਹਾਲ ਹੋ ਜਾਣਾ ਕਿ ਖਾਣ ਵਾਸਤੇ ਵੇਲੇ ਇਹ ਵੀ ਨਹੀਂ ਸੋਚਣਾ ਵੀ ਇਹ ਮੇਰੇ ਖਾਣ ਦੇ ਯੋਗ ਹੈ ਜਾਂ ਨਹੀਂ ਹੈ। ਦੇਖਣ ਤੋਂ ਉੱਤੋਂ ਪੂਰੀਆਂ ਦਿਸਦੀਆਂ ਸੀ, ਦੇਸੀ ਘਿਓ 'ਚ ਕੱਢੀਆਂ ਮਲਕ ਭਾਗੋ ਦੇ ਘਰੇ, ਪਰ ਬਾਬੇ ਨਾਨਕ ਨੇ ਜਵਾਬ ਕੀ ਦਿੱਤਾ ਸੀਗਾ। ਬਣੀਆਂ ਦੇਸੀ ਘਿਓ ਸੀ ਨਾ, ਸਾਖੀ ਤੁਸੀਂ ਜਾਣਦੇ ਹੋ। ਪਰ ਜਿਸ ਵੇਲੇ ਮਲਕ ਭਾਗੋ ਨੇ ਵਾਰ-ਵਾਰ ਸੱਦਿਆ, ਜਾਓ ਉਸ ਤਪੇ ਨੂੰ ਲੈ ਕੇ ਆਓ ਲਾਲੋ ਦੇ ਘਰੇ ਜਿਹੜਾ ਬੈਠਾ ਨਾਨਕ ਤਪਾ। 2-3 ਵਾਰੀ ਗਏ, ਜਵਾਬ ਦਿੱਤਾ, ਚੌਥੀ ਵਾਰ ਗਏ, ਨਾਲ ਆ ਗਏ। ਹਾਂ ਦੱਸ ਬਈ ਕਿਵੇਂ ਸੱਦਿਆ। ਕਹਿੰਦਾ ਤੂੰ ਸਾਡੇ ਘਰੇ ਬ੍ਰਹਮ ਭੋਜ ਆ। MLA ਮੰਤਰੀ ਸੀ ਨਾ ਵੱਡਾ, ਉਹ ਮੰਤਰੀ ਸੀਗਾ ਉਸ ਵੇਲੇ ਰਾਜੇ ਦਾ, ਪਠਾਨ ਰਾਜੇ ਦਾ ਮੰਤਰੀ ਸੀਗਾ ਮਲਕ ਭਾਗੋ, ਤੇ ਮੰਤਰੀ ਆਪਦੀ ਚਲਾਉਂਦੇ ਜਣੇ ਖਾਣੇ ਤੇ। ਕਹਿੰਦਾ ਹਾਂ ਸਾਡੇ ਘਰੇ ਜੱਗ ਸੀਗਾ, ਬ੍ਰਹਮ ਭੋਜ ਸੀਗਾ, ਤੇ ਸਾਰੇ ਲੋਕਾਂ ਨੇ ਖਾ ਲਿਆ ਤੇ ਤੂੰ ਇਹਦੀ ਬੇਅਦਬੀ ਕੀਤੀ, ਮਤਲਬ ਪਿਆਰ ਸਹਿਤ ਛਕਣ ਨਹੀਂ ਆਇਆ। ਪਾਤਸ਼ਾਹ ਕਹਿੰਦੇ ਲਿਆ ਕੀ ਬਣਾਇਆ ਤੂੰ। ਬਹਿ ਗਏ ਇੱਥੇ, ਜੋ ਤੱਪੜ ਵਿਛਿਆ ਸੀ ਉਸ 'ਤੇ ਬੈਠ ਕੇ ਲਿਆ। ਉਹਦੇ ਸੇਵਾਦਾਰ, ਉਹਦੇ ਨੌਕਰ ਚਾਕਰ ਥਾਲ ਲਾ ਕੇ ਲਿਆਏ, ਪੂਰੀਆਂ ਜੋ ਵੀ ਸਬਜ਼ੀਆਂ ਤਰਕਾਰੀਆਂ ਖੀਰ ਆਦਿ ਬਣਾਈ ਸੀ, ਥਾਲ ਲਿਆ ਕੇ ਰੱਖਤਾ ਮੂਹਰੇ। ਪਾਤਸ਼ਾਹ ਵੇਖ ਕੇ ਉਹਦੇ ਵੱਲ ਕਹਿੰਦੇ ਮੈਂ ਤਾਂ ਨਹੀਂ ਖਾਂਦਾ। ਕਹਿੰਦੇ ਕਿਉਂ? ਕਹਿੰਦੇ ਸਾਰਾ ਸਮਾਨ ਹੀ ਖੂਨ 'ਚ ਬਣਿਆ ਹੋਇਆ। ਕੋਈ ਸਤਨਾਮ। ਬੱਚਿਆਂ ਨੂੰ ਚੁੱਪ ਕਰਾਓ ਕਿਰਪਾ ਕਰਕੇ। ਕਹਿੰਦੇ ਮੈਂ ਨਹੀਂ ਖਾਣਾ, ਖੂਨ 'ਚ ਬਣਿਆ ਹੋਇਆ। ਉਹ ਕਹਿੰਦਾ ਕਿੱਥੇ ਆ ਖੂਨ? ਪਿੱਛੇ ਲਾਲੋ ਵੀ ਆ ਗਿਆ ਸੀ, ਮਗਰੇ ਵੀ ਗੱਲ ਕੀ ਹੋ ਗਈ, ਵਾਰ-ਵਾਰ ਸੱਦੀ ਜਾਂਦੀ ਹੈ ਬਾਬੇ ਨਾਨਕ ਨੂੰ। ਪਿੱਛੇ ਉਹ ਵੀ ਖੜਾ। ਕਹਿੰਦੇ ਲਾਲੋ ਘਰੇ ਪ੍ਰਸ਼ਾਦਾ ਪਿਆ ਕੋਈ? ਕਹਿੰਦੇ ਹੋਵੇਗਾ ਜੀ, ਜਾ ਲੈ ਕੇ ਆ। ਉਹ ਪੌਣੀ 'ਚ ਲਪੇਟ ਕੇ ਇੱਕ ਪ੍ਰਸ਼ਾਦਾ ਚੱਕ ਲਿਆਇਆ। ਜਦੋਂ ਲਾਲੋ ਆ ਗਿਆ ਤੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਖਾਣੀਆਂ ਇਹ। ਕਿਉਂ? ਇਹ 'ਚ ਖੂਨ ਆ, ਦੇਸੀ ਘਿਓ 'ਚ ਬਣਾਈਆਂ, ਖੂਨ ਕਿੱਥੇ ਆ? ਬਈ ਮੈਨੂੰ ਖੂਨ ਦਿਸਦਾ। ਜਦੋਂ ਬਾਰ-ਬਾਰ 5-7 ਵਾਰੀ ਉਹਨੇ ਕਹਿਤਾ ਨਾ ਖੂਨ ਦੇਸੀ ਘਿਓ ਹੈ, ਬਾਬਾ ਜੀ ਨੇ ਖੂਨ ਕਹਿਤਾ, ਉਹ ਕਹਿੰਦਾ ਵਿਖਾ ਕਿੱਥੇ ਆ? ਕਹਿੰਦੇ ਲਿਆ ਫਿਰ ਲਾਲੋ ਪ੍ਰਸ਼ਾਦਾ ਫੜਾ। ਲਾਲੋ ਵਾਲਾ ਪ੍ਰਸ਼ਾਦਾ ਫੜਿਆ, ਸੱਜੇ ਹੱਥ 'ਤੇ ਉਹਦੀਆਂ ਪੂਰੀਆਂ ਚੱਕੀਆਂ ਖੱਬੇ ਹੱਥ 'ਚ, ਤੇ ਇਉਂ ਘੁੱਟ ਦਿੱਤੀਆਂ
ਤੇ ਵਾਕਈ ਉਹਦੇ ਵਿੱਚੋਂ ਦੁੱਧ ਨਿਕਲਿਆ ਤੇ ਉਹਦੇ ਵਿੱਚੋਂ ਖੂਨ ਦੇ ਟੌਂਕੇ ਡਿੱਗਣ ਲੱਗੇ। ਕਹੋ ਸਤਨਾਮ ਸੀ। ਕਿਉਂਕਿ ਫਿਰ ਕਿਤੇ ਕਿਤੇ ਪਾਤਸ਼ਾਹ ਨੇ ਕਰਾਮਾਤ ਦਾ ਗੋਲਾ ਵੀ ਚਲਾਇਆ ਜਦੋਂ ਨਹੀਂ ਕੋਈ ਮੰਨਦਾ। ਪਰ ਇਹਦੇ ਪਿੱਛੇ ਜੋ ਸਾਇੰਟੀਫਿਕ ਗੱਲ ਹੈ ਕਿ ਉਹ ਜਿਹੜੀਆਂ ਪੂਰੀਆਂ ਵਿੱਚੋਂ ਖੂਨ ਨਿਕਲਿਆ ਜਾਂ ਨਾ ਨਿਕਲਿਆ, ਪਰ ਉਹ ਗਰੀਬਾਂ ਦਾ ਖੂਨ ਚੂਸ ਕੇ ਮਾਇਆ ਇਕੱਠੀ ਕਰਕੇ ਉਹਦਾ ਰਾਸ਼ਨ ਲਿਆ ਕੇ ਪੂਰੀਆਂ ਬਣਾਈਆਂ ਸੀ। ਕਹੋ ਸਤਨਾਮ ਸੀ। ਜਿਵੇਂ ਅੱਜ ਜਨਤਾ ਦਾ ਖੂਨ ਚੂਸਿਆ ਜਾ ਰਿਹਾ, ਮਹਿੰਗਾਈ ਵਧਾ ਕੇ ਕਣਕ ਕਿੱਥੇ ਪਹੁੰਚ ਗਈ, ਪੈਟਰੋਲ ਕਿੱਥੇ ਪਹੁੰਚ ਗਿਆ, ਤੇਲ ਕਿੱਥੇ ਪਹੁੰਚ ਗਏ, ਖਾਣ ਪੀਣ ਦਾ ਸਮਾਨ ਕਿੱਥੇ ਪਹੁੰਚ ਗਿਆ। ਇਹ ਕੀ ਹੈ? ਜਿਹੜਾ ਰਕਸ਼ੇ ਵਾਲਾ ਹੱਥ ਨੂੰ 100 ਰੁਪਈਆ ਕਮਾਉਂਦਾ ਹੈ, ਉਹ ਆਪਣੇ ਪਰਿਵਾਰ ਨੂੰ ਕਿਵੇਂ ਰੋਟੀ ਖਵਾਵੇਗਾ। ਕੋਈ ਸਤਨਾਮ ਸੀ। ਬਸ ਇੱਦਾਂ ਹੀ ਉਦੋਂ ਸਰਕਾਰ ਸੀ ਜਦੋਂ ਬਾਬਾ ਨਾਨਕ ਜੀ ਆਇਆ ਸੀ। ਉਦੋਂ ਵੀ ਸਰਕਾਰਾਂ ਨੇ ਰਾਜੇ ਸ਼ੀਹੀ ਮੁਕੱਦਮ ਕੁੱਤੇ ਬਣ ਚੁੱਕੇ ਸੀ। ਰਾਜੇ ਬਘਿਆੜ ਤੇ ਉਹਨਾਂ ਦੇ ਹੇਠਲੇ ਅਫਸਰ ਕੁੱਤਿਆਂ ਦਾ ਰੂਪ ਧਾਰ ਚੁੱਕੇ ਸੀ। ਰਾਜੇ ਮੋਟਾ ਮੋਟਾ ਮਾਲ ਖਾਂਦੇ ਸੀਗੇ, ਅਰਬਾਂ ਕਰੋੜਾਂ 'ਚ, ਹੇਠਲੇ ਸੈਂਕੜਿਆਂ ਹਜ਼ਾਰਾਂ 'ਚ ਖਾਂਦੇ ਸੀ। ਕਹੋ ਸਤਨਾਮ ਸੀ। ਉਹ ਲਾਲਚੀ ਕੁੱਤੇ ਬਣ ਚੁੱਕੇ ਸੀ, ਉਹ ਬਘਿਆੜ ਬਣ ਚੁੱਕੇ ਸੀ। ਜਾਏ ਜਗਾਇਨ ਬੈਠੇ ਸੁੱਤੇ ਤੇ ਬਾਬਾ ਨਾਨਕ ਨੂੰ ਆਉਣਾ ਪਿਆ ਇਹਨਾਂ ਨੂੰ ਜਗਾਉਣ ਵਾਸਤੇ। ਬਾਬਰ ਨੂੰ ਜਾਬਰ ਕਹਿ ਕੇ ਸਮਝਾਇਆ, ਓਏ ਤੂੰ ਗਲਤ ਚੱਲ ਰਿਹਾ ਹੈ। ਮਲਕ ਭਾਗੋ ਨੂੰ ਕਹਿੰਦੇ, ਆ ਦੇਖ ਲੰਗਰ ਚੱਲਦਾ ਭਾਈ ਲਾਲੋ ਦੇ ਘਰੇ, ਜਿੱਥੇ ਮੈਂ ਪਿਛਲੇ 1 ਮਹੀਨੇ ਤੋਂ ਰੋਟੀ ਖਾ ਰਿਹਾ, ਤੇਰਾ ਤਾਂ 1 ਦਿਨ ਵੀ ਨਹੀਂ ਖਾਂਦਾ ਮੈਂ। ਜਿਹੜਾ ਤੇਰਾ ਇਹ ਲੰਗਰ ਖਾ ਗਿਆ, ਉਹਦਾ ਭਜਨ ਬੰਦਗੀ ਤਪੱਸਿਆ ਚੰਗੇ ਕਰਮ ਸਭ ਖਤਮ ਹੋ ਜਾਣਗੇ, ਮੈਂ ਨਹੀਂ ਖਾਂਦਾ। ਹੁਣ MLA ਆ, ਵੱਡਾ ਮੰਤਰੀ ਆ, ਬਈ ਇੰਨੀ ਜਨਤਾ ਦੇ ਵਿੱਚ ਉਹਨੂੰ ਕਹਿ ਦਿੱਤਾ, ਜਦੋਂ ਵਜ਼ੀਰ ਸੀ ਰਾਜੇ ਦਾ, ਤਾਂ ਉਸ ਨੇ ਉਸ ਵੇਲੇ ਮਾਫੀ ਨਹੀਂ ਮੰਗੀ। ਜਦ ਖੂਨ ਵੀ ਇੱਦਾਂ ਕੱਢ ਕੇ ਵਿਖਾਤਾ ਨਾ, ਜਿਨ੍ਹਾਂ ਨੇ ਖਾ ਲਿਆ ਸੀ ਉਹ ਥੁੱਕਦੇ ਫਿਰਨ ਵੀ ਇਹ ਸੱਚੀ ਮੁੱਚੀ ਖੂਨ 'ਚ ਬਣੀਆਂ। ਕਹੋ ਸਤਨਾਮ। ਉਹ ਥੁੱਕਦੇ ਫਿਰਨ। ਬਾਬਾ ਜੀ ਨੇ ਸਾਇੰਟੀਫਿਕ ਢੰਗ ਦੇ ਨਾਲ ਸਮਝਾਇਆ ਵੀ ਇਹ ਬਣਿਆ ਕਿੱਥੋਂ ਹੈ ਮਾਲ। ਟੈਕਸ ਲਾ ਕੇ, ਮਹਿੰਗਾਈ ਕਰਕੇ, ਜਨਤਾ ਨੂੰ ਲੁੱਟ ਪੱਟ ਕੇ, ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰਕੇ ਵਿੱਚੋਂ 10,000 ਦੀ ਗ੍ਰਾਂਟ ਦੇਤੀ। ਇਹ ਕੋਈ ਜਨਤਾ ਨੂੰ ਪਾਲਣ ਦਾ ਜਾਂ ਜਨਤਾ ਨੂੰ ਸੰਭਾਲਣ ਦਾ ਢੰਗ ਨਹੀਂ ਰਾਜਿਆਂ ਦਾ, ਇਹ ਤਾਂ ਜਨਤਾ ਨੂੰ ਮਾਰਨ ਦੇ ਢੰਗ ਹੈ। ਕਹੋ ਸਤਨਾਮ ਸੀ। ਤਾਂ ਗੁਰੂ ਪਿਆਰਿਓ, ਮਲਕ ਭਾਗੋ ਨੇ ਦਿਲ ਦੇ ਵਿੱਚ ਇੱਕ ਗੱਲ ਲੁਕੋ ਲਈ। ਉਧਰੇ ਮਾਫੀ ਨਹੀਂ ਮੰਗੀ, ਕਿਉਂਕਿ ਪਾਤਸ਼ਾਹ ਤਾਂ ਹਰੇਕ ਨੂੰ ਬਖਸ਼ਦੇ ਫਿਰਦੇ ਸੀ, ਮਾਫ ਕਰਦੇ, ਸਿੱਧੇ ਰਸਤੇ ਪਾਉਂਦੇ। ਸੱਜਣ ਠੱਗ ਉਹਦੇ ਰਾਖਸ਼ ਵਰਗਿਆਂ ਨੂੰ ਤਾਰਤਾ। ਪਰ ਇਹ ਮੰਤਰੀ ਸੀ, ਇਹ ਕਿੱਥੇ ਝੁਕਦਾ, ਹੰਕਾਰ ਨੂੰ ਪੱਠੇ ਪੈਂਦੇ ਆ। ਕਹਿੰਦਾ ਕੋਈ ਗੱਲ ਨਹੀਂ, ਜਿੱਦੇ ਟਾਈਮ ਆਇਆ ਉਹਦੇ ਦੱਸੋ, ਤੈਨੂੰ ਤਾਂ ਪਿਆ, ਤੂੰ ਮੇਰੀ ਬੇਇੱਜ਼ਤੀ ਤਾਂ ਦੁਨੀਆ 'ਚ ਕਰਤੀ। ਕਹੋ ਸਤਨਾਮ ਸੀ। ਸਮਾਂ ਆਇਆ, ਉਸ ਪਠਾਨ ਰਾਜੇ ਦਾ ਪੁੱਤਰ ਬਿਮਾਰ ਸੀ, ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਮੰਜੇ ਦੇ ਵਿੱਚ ਪਿਆ ਸੀਗਾ। ਗੁਰੂ ਪਿਆਰਿਓ, ਇੱਕ ਦਿਨ ਉਹ ਪਠਾਨ ਰਾਜਾ ਕਹਿਣ ਲੱਗਿਆ, ਮਲਕ ਭਾਗੋ, ਉਹ ਯਾਰ ਕੋਈ ਇੰਤਜ਼ਾਮ ਕਰ, ਮੇਰਾ ਤਾਂ ਪੁੱਤਰ ਜਮਾਂ ਮਰਨ ਕਿਨਾਰੇ ਪਹੁੰਚ ਗਿਆ, ਕੋਈ ਦਵਾਈ ਨਹੀਂ ਲੱਗ ਰਹੀ। ਜਦੋਂ ਉਹਨੇ ਇੱਦਾਂ ਕਿਹਾ ਕੋਈ ਦਵਾਈ ਨਹੀਂ ਲੱਗ ਰਹੀ, ਮਲਕ ਭਾਗੋ ਦੀ ਸੂਈ ਵੱਜੀ ਬਾਬੇ ਨਾਨਕ 'ਤੇ। ਕਹਿੰਦੇ ਮਹਾਰਾਜ ਕੋਈ ਤਪਾ, ਕੋਈ ਸਾਧ ਫੜੋ, ਉਹ ਕਰ ਸਕਦਾ। ਕਹਿੰਦੇ ਯਾਰ ਮੈਂ ਬਥੇਰੇ ਤਪੇ ਦੇਖ ਲਏ, ਬਥੇਰੇ ਸਾਧ ਵੇਖ ਲਏ, ਬਥੇਰੀਆਂ ਕਬਰਾਂ 'ਤੇ ਚਾਦਰਾਂ ਚੜ੍ਹਾਤੀਆਂ, ਬਥੇਰੀਆਂ ਸ਼ੀਰਨੀਆਂ ਬਣਤੀਆਂ। ਮੁਸਲਮਾਨ ਪਠਾਨ ਸੀ ਨਾ, ਪਰ ਕੋਈ ਫਾਇਦਾ ਨਹੀਂ ਹੋਇਆ। ਕਹਿੰਦੇ ਇੱਕ ਤਪਾ ਮੈਂ ਦੱਸਦਾ ਤੈਨੂੰ। ਵੈਸੇ ਉਹਨੇ ਗੱਲ ਮੰਨਣੀ ਨਹੀਂ ਹੈ, ਇਹੋ ਜਿਹੀ ਉਹ, ਤੇ ਉਹਨੇ ਗੱਲ ਜੇ ਨਾ ਮੰਨੀ ਤੇ ਫੜ ਕੇ ਅੰਦਰ ਕਰਦੀ, ਤੇ ਉਹ ਤੇਰੇ ਮੁੰਡੇ ਨੂੰ ਠੀਕ ਕਰ ਸਕਦਾ। ਕਹੋ ਸਤਨਾਮ। ਪਰ ਉਹਨੇ ਕਰਨਾ ਨਹੀਂ ਗਾ। ਕਹਿੰਦਾ ਕਰਨਾ ਕਿਵੇਂ ਨਹੀਂ, ਮੈਂ ਵੀ ਰਾਜਾ। ਕੁਝ ਰਾਜਾ ਸੀ, ਕੁਝ ਇਹਨੇ ਪਾਨ ਚੜ੍ਹਾਤੀ, ਕੁਝ ਲੋਹਾ ਸੀ, ਕੁਝ ਪਾਨ ਚੜ੍ਹਾਤੀ। ਕਹੋ ਸਤਨਾਮ। ਜਾਓ ਮੁੰਡਿਓ, ਉਹ ਜਿਹੜਾ ਨਾਨਕ ਤਪਾ ਹੈ ਉਹਨਾਂ ਦੇ ਘਰੇ ਲਾ ਲਓ ਕੇ ਸੱਦ ਕੇ ਲਿਆਓ। 2-3 ਬੰਦੇ ਗਏ, ਆਵਾਜ਼ ਮਾਰੀ, ਤਪੇ। ਲਾਲੂ ਕਹਿੰਦਾ ਕਿਵੇਂ ਆ, ਇੱਥੇ ਤਪਾ ਨਾਨਕ ਹੈਗਾ? ਕਹਿੰਦੇ ਹੈਗਾ। ਉਹਨੂੰ ਰਾਜੇ ਨੇ ਬੁਲਾਇਆ। ਬਾਬਾ ਜੀ ਕਹਿੰਦੇ ਸਾਡਾ ਕੰਮ ਹੈ ਰਾਜਿਆਂ ਨਾਲ, ਬਈ ਸਾਡਾ ਤਾਂ ਸਾਧੂਆਂ ਨਾਲ ਕੰਮ ਹੈ, ਮੈਂ ਨਹੀਂ ਆਉਂਦਾ ਗਾ, ਜਾਓ ਤੁਸੀਂ। ਖਾਲੀ ਮੁੜੇ ਆਏ। ਜੋ ਖਾਲੀ ਮੁੜੇ ਆਏ ਤੇ ਮਲਕ ਭਾਗੋ ਨੇ ਹੋਰ ਪਾਣ ਦੇਤੀ। ਕਹਿੰਦੇ ਵੇਖਿਆ, ਤੈਨੂੰ ਕਿਹਾ ਸੀ ਨਾ ਇਹ ਬੰਦਾ ਇਹੋ ਜਿਹੀ ਆ, ਇਹ ਜਣੇ ਖਣੇ ਦੀ ਗੱਲ ਨਹੀਂ ਸੁਣਦਾ ਗਾ। 5-7 ਬੰਦੇ ਭੇਜੋ ਉਹਨੂੰ ਫੜ ਕੇ ਲਿਆਉਣ। ਤੇ 2 ਉਹ ਸੀ ਤੇ 3 ਹੋਰ ਭੇਜ ਤੇ ਕਹਿੰਦੇ ਐਂ ਕਰੋ, ਨਾ ਆਇਆ ਤਾਂ ਬਾਹਾਂ ਤੋਂ ਫੜ ਕੇ ਲਿਆਓ। ਆ ਗਏ, ਕਹਿੰਦੇ ਹਾਂ ਵੀ ਤਪੇ ਤੈਨੂੰ ਸੱਦਿਆ, ਜੇ ਨਹੀਂ ਜਾਏਗਾ ਫੜ ਕੇ ਲੈ ਜਾਵਾਂਗੇ। ਬਾਬਾ ਜੀ ਕਹਿੰਦੇ ਐਡੀ ਵੀ ਕੀ ਆਫਤ ਆਈ ਆ, ਤੁਰ ਕੇ ਚੱਲ ਵੜਦਾ ਮੈਂ, ਫੜਨ ਨੂੰ ਕੀ ਆ, ਚਲੋ ਚੱਲੀਏ। ਤੇ ਪਾਤਸ਼ਾਹ ਉਹਨਾਂ ਦੇ ਨਾਲ ਪਹੁੰਚ ਗਏ ਉਸ ਰਾਜੇ ਦੀ ਸਭਾ 'ਚ।
ਜਿੱਥੇ ਮਲਕ ਭਾਗੋ ਬੈਠਾ ਹੈ, ਹੋਰ ਵਜ਼ੀਰ ਮੰਤਰੀ ਬੈਠੇ ਆ। ਪਾਤਸ਼ਾਹ ਕਹਿੰਦੇ ਹਾਂ ਰਾਜਾ ਸਾਹਿਬ ਕਿਵੇਂ ਸੱਦਿਆ? ਹੁਣ ਸਾਧੂਆਂ ਤੋਂ ਜੇ ਕੰਮ ਕੋਈ ਲੈਣਾ ਹੋਵੇ ਤੇ ਨਿਮਰਤਾ ਸਹਿਤ ਬੇਨਤੀ ਕਰੀਦੀ ਆ, ਪਰ ਇਹਨੂੰ ਪਹਿਲੇ ਪੁੱਠੀ ਮੱਤ ਦੇ ਕੇ ਬੈਠਾ ਮਲਕ ਭਾਗੋ। ਆਪਦੀ ਕਿਰ ਕੱਢਣ ਵਾਸਤੇ ਵੀ ਉਹਦੇ ਮੇਰੀ ਬੇਇੱਜ਼ਤੀ ਕੀਤੀ ਸੀ, ਅੱਜ ਤੈਨੂੰ ਅੰਦਰ ਕਰਾਊਂਗਾ। ਕਹੋ ਸਤਨਾਮ। ਇਸ ਵਾਸਤੇ ਰਾਜਾ ਕਹਿੰਦਾ ਉਹ ਤਪੇ, ਹਾਂ ਦੱਸੋ। ਮੇਰਾ ਮੁੰਡਾ ਬਿਮਾਰ ਪਿਆ ਕਰੇ, ਉਹ ਠੀਕ ਕਰ ਦੇ, ਜੇ ਨਾ ਕੀਤਾ ਮੈਂ ਤੈਨੂੰ ਅੰਦਰ ਕਰ ਦੂੰਗਾ, ਭੋਜਨ ਪਾਣੀ ਬੰਦ ਕਰ ਦੂੰ ਤੇਰਾ। ਬਾਬਾ ਜੀ ਕਹਿੰਦੇ ਰਾਜਾ ਸਾਹਿਬ, ਉਹ ਜਿਹੜੇ ਬੱਚੇ ਦੇ ਮੂੰਹ ਵਿੱਚ ਇੰਨਾ ਬੋਲੀ ਜਾਣਾ, ਪਤਾ ਮਗਾ ਮਰ ਗਿਆ ਕਿ ਜਿਉਂਦਾ ਹੈ। ਬਸ ਇੱਥੋਂ ਮਰ ਗਿਆ ਕਿਹਾ, ਉਧਰੋਂ ਮਰ ਗਿਆ। ਕਹੋ ਸਤਨਾਮ। ਪਰ ਰਾਜੇ ਨੇ ਬੰਦਾ ਭੇਜਿਆ, ਕਹਿੰਦੇ ਪਤਾ ਕਰਕੇ ਆ ਕੀ ਹਾਲ ਆ ਮੁੰਡੇ ਦਾ। ਜਦ ਘਰ ਵੱਲ ਗਿਆ ਤੇ ਉਧਰੋਂ ਇੱਕ ਘਰੋਂ ਸੇਵਾਦਾਰ ਨੌਕਰ ਭੱਜਿਆ ਆਉਂਦਾ, ਦੋਨੇ ਰਾਹ 'ਚ ਇਕੱਠੇ ਹੋ ਗਏ। ਕਿਵੇਂ ਆ ਭੱਜਿਆ ਆ? ਹੁਣੇ ਹੀ ਰਾਜੇ ਦੇ ਮੁੰਡੇ ਦੇ ਪ੍ਰਾਣ ਨਿਕਲ ਗਏ, ਰਾਜਕੁਮਾਰ ਦੇ। ਕਹੋ ਸਤਨਾਮ। ਹੁਣੇ ਹੀ ਨਿਕਲੇ ਆ। ਅੱਛਾ। ਦੋਨੇ ਇਕੱਠੇ ਹੋ ਕੇ ਰਾਜੇ ਕੋਲੇ ਆ ਗਏ। ਕੀ ਖਬਰ? ਕਹਿੰਦੇ ਰਾਜਾ ਸਾਹਿਬ ਰਾਜਕੁਮਾਰ ਤਾਂ ਮਰ ਗਿਆ, ਆ ਹੁਣੇ ਹੀ ਮਰਿਆ। ਤੇ ਜੇ ਨਿਮਰਤਾ ਸਹਿਤ ਬੇਨਤੀ ਕਰਦਾ ਤੇ ਪਾਤਸ਼ਾਹ ਮੁਰਦੇ ਵਿੱਚ ਜਾਨ ਵੀ ਪਾ ਸਕਦੇ ਸੀ। ਕਹੋ ਸਤਨਾਮ। ਉਹ ਜਦੋਂ ਮਰ ਗਿਆ ਫਿਰ ਰਾਜੇ ਨੇ ਕੀ ਕਰਨਾ ਸੀ? ਰਾਜਾ ਉਧਰ ਲੱਗ ਗਿਆ ਸੰਭਾਲਣ 'ਚ, ਤੇ ਪਾਤਸ਼ਾਹ ਚੁੱਪ ਕਰਕੇ ਲਾਲੋ ਕੋਲ ਆ ਗਏ। ਮਲਕ ਭਾਗੋ ਦਾ ਤੀਰ ਵੀ ਨਹੀਂ ਚੱਲਿਆ। ਕਹੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀਗੇ, ਸਿੱਖੋ ਇਹ ਜ਼ਹਿਰ ਹੈ, ਜੇ ਤੁਸੀਂ ਖਾਣਾ ਤਾਂ ਵੇਖ ਲਓ। ਵੈਸੇ ਮੈਂ ਤੁਹਾਨੂੰ ਖਵਾਉਣਾ ਨਹੀਂ ਚਾਹੁੰਦਾ। ਜੇ ਤੁਸੀਂ ਹਲੇ ਭੁੱਖੇ ਰਹਿ ਕੇ ਲੜ ਸਕਦੇ ਹੋ, ਇਹ ਜ਼ਹਿਰ ਖਾ ਕੇ ਨਹੀਂ ਲੜ ਸਕਦੇ। ਇਹ ਚੜਾਵੇ ਦਾ ਮਾਲ, ਇਹ ਪੂਜਾ ਦਾ ਮਾਲ, ਇਹ ਜ਼ਹਿਰ ਦਾ ਕੰਮ ਕਰਦਾ ਹੈ। ਜੇਕਰ ਅਚੇ ਨਾ ਵਧੇ ਪ੍ਰਤਾਪੂ, ਮੇਰੇ ਖਾਲਸੇ ਪੰਥ ਦਾ ਪ੍ਰਤਾਪ ਘਟ ਜਾਣਾ। ਨਹਿਰਾਂ ਵਿਖੇ ਹੋਏ ਰਿਪ ਖਾਪੂ, ਤੇ ਜੰਗ ਦੇ ਮੈਦਾਨ ਵਿੱਚ ਤੁਸੀਂ ਦੁਸ਼ਮਣ ਨੂੰ ਮਾਰ ਨਹੀਂ ਸਕੋਗੇ। ਜਗ ਮੇਂ ਰਹੇਗਾ ਰਿਧਿ ਸਦਾ, ਮਰੇ ਨਰਕ ਮੈਂ ਵਾਸੇ ਤਦਾ। ਦੇਖ ਲਓ ਹੁਣੇ ਆਪਣੇ ਕਿੰਨੀਆਂ ਕੰਮ ਦੀਆਂ ਗੱਲਾਂ ਗੁਰੂ ਪਿਆਰਿਓ, ਜੇ ਕੋਈ ਗੌਰ ਨਾਲ ਸੁਣ ਕੇ ਦਿਮਾਗ 'ਚ ਵਸਾਵੇ। ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਨ, ਹੱਡ ਭੰਨਣ ਮੱਤ ਮਾਰਨ, ਕੰਮ ਕਰਨ ਨਾ ਦੇਣ। ਇੱਦਾਂ ਦੀਆਂ ਜੇ ਬਿਨਾਂ ਸੇਵਾ ਤੋਂ, ਸਿਮਰ ਤੋਂ, ਭਜਨ ਬੰਦਗੀ ਤੋਂ ਬਗੈਰ ਖਾਓਗੇ। ਕਹੋ ਸਤਿਨਾਮ। ਇਹ ਤਾਂ ਰੋਟੀਆਂ ਦੀ ਗੱਲ ਕੀਤੀ ਆ। ਪਾਤਸ਼ਾਹ ਇਸ ਮਾਇਆ ਦੀ ਗੱਲ ਵੀ ਕੀਤੀ ਆ। ਜਿਹੜੇ ਲੋਕ ਸ਼ਾਇਦ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕਈ ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਇਹ ਚੜਾਵੇ ਨੂੰ ਲੈ ਕੇ ਵਿਆਜ 'ਤੇ ਦੇ ਦਿੰਦੀਆਂ ਵੀ ਪੈਸਾ ਵੱਧ ਜੂਗਾ ਗੁਰੂ ਘਰ ਦਾ, ਪਰ ਇਹ ਵਿਆਜ 'ਤੇ ਦੇਣ ਵਾਸਤੇ ਜਾਂ ਆਪਦੇ ਨਿੱਜ ਦੇ ਕੰਮਾਂ ਵਾਲੇ ਵਰਤਣ ਵਾਸਤੇ ਨਹੀਂ ਹੈ। ਕਹੋ ਸਤਿਨਾਮ। ਇਹ ਤਾਂ ਸਾਂਝੇ ਕੰਮਾਂ ਵਾਸਤੇ ਲੰਗਰ ਚਲਾ ਦਿਓ। ਜਿਵੇਂ ਕਰੋਨਾ ਵੇਲੇ ਲੰਗਰ ਚੱਲੇ ਤੇ ਉਸ ਵੇਲੇ ਉਹ ਪੈਸਾ ਤੁਹਾਡਾ ਸਫਲਾ ਹੋ ਗਿਆ। ਕਹੋ ਸਤਿਨਾਮ। ਬਿਮਾਰੀ ਵੇਲੇ ਜਦੋਂ ਅਸੀਂ ਮਜਬੂਰਾਂ ਨੂੰ ਸੰਭਾਲਿਆ, ਲੋੜਵੰਦਾਂ ਨੂੰ ਸੰਭਾਲਿਆ, ਉਸ ਵੇਲੇ ਜਿਹੜਾ ਪੈਸਾ ਵਰਤਿਆ ਗਿਆ ਇਹ ਗੁਰੂ ਘਰਾਂ ਦੇ ਵਿੱਚੋਂ ਚੜਾਵੇ 'ਚੋਂ, ਉਹ ਸਫਲਾ ਹੋਇਆ। ਇਸ ਕਰਕੇ ਬਾਬਾ ਜੀ ਕਹਿੰਦੇ ਜੇ ਕੋਈ ਇਹਨੂੰ ਖਾਊਗਾ, ਜਗ ਮੈਂ ਰਹੇ ਦਲਿਦਰੀ ਸਦਾ, ਸੰਸਾਰ ਵਿੱਚ ਰਹਿੰਦੇ ਆ ਉਹਦੇ ਘਰ ਵਿੱਚ ਕੰਗਾਲੀ ਰਹੂ, ਗਰੀਬੀ ਰਹੂ। ਮਰੇ ਨਰਕ ਮੇ ਵਾਸੈ ਤਦਾ, ਤੇ ਮਰਨ ਤੋਂ ਬਾਅਦ ਨਰਕਾਂ ਵਿੱਚ ਜਾ ਕੇ ਡਿੱਗੂਗਾ। ਸਿੱਖੋ ਇਹ ਪੂਜਾ ਦਾ ਧਾਨ ਨਹੀਂ ਖਾਣਾ ਚਾਹੀਦਾ। ਜੇ ਮੈਂ ਤੁਹਾਨੂੰ ਇਹ ਪੂਜਾ ਦਾ ਧਾਨ ਖਵਾ ਦਿਆਂ, ਮੈਂ ਕਹਿ ਦਿਆਂ ਵੀ ਲਓ ਵੀ ਛਕ ਲਓ, ਫੇਰ ਤੁਸੀਂ ਮੁਗਲਾਂ ਪਠਾਨਾਂ ਦੇ ਨਾਲ ਲੜ ਨਹੀਂ ਸਕੋਗੇ। ਵਜ਼ੀਰ ਸੈਨਾ ਕਿਲੇ ਖਜ਼ਾਨਾ ਦੇਸ਼, ਇੱਕ ਰਾਜੇ ਦੇ ਇਹੋ ਤਾਂ ਵਿਸ਼ੇਸ਼ ਲੱਛਣ ਹੁੰਦੇ ਐ। ਤੂੰ ਇਹਨਾਂ ਸਾਰਿਆਂ ਤੁਰਕਾਂ ਨੂੰ ਮਾਰ ਕੇ ਬੰਦੂਕਾਂ ਤੀਰਾਂ ਸੇਲਿਆਂ ਦੇ ਨਾਲ ਅਬ ਤੱਕ ਕਰੇ ਸ਼ਕਤ ਕੋ ਪਾਵੈ, ਇੱਕ ਸਿੰਘ ਲੱਖੋ ਪਰਸਾਵੈ। ਸਿੱਖੋ ਇਹ ਨਾ ਸਮਝੋ ਭੁੱਖੇ ਮਰਦੇ ਆਏ, ਤੁਹਾਡੀ ਭਗਤੀ ਚੱਲ ਰਹੀ ਹੈ। ਇਹ ਵੀ ਤਪੱਸਿਆ ਹੋ ਰਹੀ ਹੈ ਕਿ ਭੁੱਖ ਦੇ ਦੁੱਖ ਨੂੰ ਝੱਲਦੇ ਹੋਏ ਵੀ ਵਾਹਿਗੁਰੂ 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 ਜਪ ਰਹੇ ਹੋ, ਗੁਰੂ ਦੇ ਸਨਮੁਖ ਰਹਿ ਰਹੇ ਹੋ। ਇਹ ਤੁਹਾਡੀ ਤਪੱਸਿਆ ਹੈ। ਇਹ ਤਪੱਸਿਆ ਤੁਹਾਨੂੰ ਬਹੁਤ ਵੱਡੀ ਸ਼ਕਤੀ ਦੇਵੇਗੀ। ਆਉਣ ਵਾਲੇ ਸਮੇਂ ਵਿੱਚ ਇੱਕ ਇੱਕ ਸਿੰਘ ਲੱਖਾਂ ਤੇ ਭਾਰੂ ਪੈ ਜਾਵੇਗਾ। ਕਹੋ ਸਤਿਨਾਮ। ਸੋਸ਼ਲ ਮੀਡੀਆ ਦਾ ਯੁੱਗ ਹੈ। ਕਦੇ ਕਦੇ ਵੇਖਦੇ ਆ ਪਿੱਛੇ ਜੇ ਇੱਕ ਸੰਤ ਜਰਨੈਲ ਸਿੰਘ ਜੀ ਦੇ
ਜਾਣ ਬੁੱਝ ਕੇ ਇੱਕ ਫੋਟੋ ਲੈ ਕੇ ਪੁਤਲਾ ਜਿਹਾ ਬਣਾ ਕੇ ਕੁਝ ਕੋਨੇ ਮੋਨੇ ਜਿਹੇ ਇਕੱਠੇ ਹੋ ਕੇ ਕਹਿੰਦੇ ਅਸੀਂ ਜਰਨੈਲ ਸਿੰਘ ਦਾ ਪੁਤਲਾ ਫੂਕਾਂਗੇ। ਉਹ ਦਿਹਾੜਾ ਸੀ ਉਹਨਾਂ ਦਾ। ਇਕੱਠੇ ਹੋ ਕੇ 100-150 ਤੁਰੇ ਆਉਂਦੇ ਸੀਗੇ, ਪੁੱਠਾ ਸਿੱਧਾ ਬੋਲਦੇ, ਪੁੱਠੇ ਸਿੱਧੇ ਗੱਲਾਂ, ਜਕਾਰੇ ਛੱਡਦੇ ਪੁੱਠੇ ਸਿੱਧੇ, ਐਂਟੀ ਸਿੱਖੀ ਦੇ। ਕੋਈ ਰੋਕਣ ਵਾਲਾ ਨਹੀਂ ਸੀ ਉਹਨਾਂ ਨੂੰ। ਸਾਈਡ ਤੋਂ ਉਹਨਾਂ ਨੂੰ ਗੁਰੂ ਪਿਆਰਿਓ ਸਰਕਾਰੀ ਬੰਦਿਆਂ ਨੇ ਵੀ ਸੰਭਾਲਿਆ ਹੋਇਆ ਸੀ ਵੀ ਰੌਲਾ ਨਾ ਪੈ ਜੇ ਕਿਤੇ। ਪਰ ਅਗਲੇ ਪਾਸਿਓਂ ਫਿਰ ਕੋਈ ਸਿੰਘ ਆਏ, ਸਿੰਘਾਂ ਵਿੱਚ ਇੱਕ ਨਿਹੰਗ ਸਿੰਘ ਸੀ, ਕੋ ਸਤਨਾਮ, ਔਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਨਾ ਰੁਕੇ, ਕਹਿੰਦੇ ਫੂਕਾਂਗੇ ਅਸੀਂ ਤਾਂ। ਤੇ ਗੁਰੂ ਪਿਆਰੋ ਉਸ ਵੇਲੇ ਇੱਕ ਨਿਹੰਗ ਸਿੰਘ ਨੇ ਮਿਆਨ ਚੋਂ ਤਲਵਾਰ ਕੱਢ ਕੇ ਜਕਾਰਾ ਛੱਡ ਕੇ ਜਦ ਭੱਜਣਾ ਕੀਤਾ ਨਾ, ਉਹ ਸਿੱਟ ਕੇ ਉਹ ਫੋਟੋ ਜੀ ਪੁਤਲਾ ਜਾਂ ਕੱਪੜੇ ਦਾ ਭੱਜ ਲਏ। ਫਿਰ ਭੱਜਦਿਆਂ ਨੂੰ ਡਾਹ ਨਹੀਂ ਦਿੱਤੀ। ਕਹੋ ਸਤਨਾਮ। ਮਤਲਬ ਇਹ ਕੀ ਹੈ? ਇਹ ਗੁਰੂ ਸਾਹਿਬ ਜੀ ਦਾ ਜੋਸ਼ ਆ। ਪਤਾ ਨਹੀਂ ਉਸ ਵੇਲੇ ਉਹਨਾਂ ਦੁਸ਼ਮਣਾਂ ਨੂੰ ਕੀ ਦਿਸਦਾ ਹੈ। ਸਿੰਘ ਦੇ ਵਿੱਚੋਂ ਕੱਲਾ ਨਿਹੰਗ ਸਿੰਘ ਜਕਾਰਾ ਛੱਡ ਕੇ ਭੱਜਿਆ ਤੇ ਉਹਨਾਂ ਨੂੰ ਭਾਜੜਾ ਪੈ ਗਈਆਂ। ਇਸ ਕਰਕੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਅਸਲ ਵਿੱਚ ਸਾਡੇ 'ਚ। ਪਰ ਜੇ ਅਸੀਂ ਪੂਜਾ ਦੇ ਧਾਨ ਤੋਂ ਬਚੀਏ, ਭਾਵੇਂ ਸਾਨੂੰ ਅੱਧੀ ਰੋਟੀ ਖਾਣ ਨੂੰ ਮਿਲੇ, ਕਹੋ ਸਤਨਾਮ। ਆਪਣੇ 10 ਨੌਹਾਂ ਦੀ ਕਿਰਤ ਹੋਵੇ ਪਰ ਪੂਜਾ ਦੀ ਬਣੀ ਵੀ ਨਾ ਹੋਵੇ। ਦੱਸਦੇ ਆ ਉਹ ਰੰਗਜੇਬ ਜਿਹੜੀ ਰੋਟੀ ਖਾਂਦਾ ਸੀਗਾ, ਉਹ ਤਾਂ ਤਵਸਵੀ ਰਾਜਾ ਸੀਗਾ। ਸਾਰੇ ਭਾਰਤ ਨੂੰ, ਸਾਰੇ ਸੰਸਾਰ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀਗਾ। ਪਰ ਆਪ ਦੀ ਰੋਟੀ ਜਿਹੜੀ ਮੁਸਲਮਾਨ ਟੋਪੀ ਲੈਂਦੀ ਹੈ ਕਰੋਸ਼ੀ ਨਾਲ ਬੁਣੀ ਹੋਈ, ਉਹ ਟੋਪੀਆਂ ਬੁਣ ਕੇ ਦਿੰਦਾ ਸੀਗਾ। ਦਿਨ 'ਚ 1-2 ਜਿੰਨੀਆਂ ਉਹ ਬੁਣ ਸਕਦਾ ਸਮਾਂ ਕੱਢ ਕੇ। ਉਹ ਫਿਰ ਉਹਦੇ ਵਜ਼ੀਰ ਵੇਚ ਕੇ ਆਉਂਦੇ, ਉਹਦਾ ਪੈਸਾ ਆਉਂਦਾ, ਉਹਦੇ ਨਾਲ ਆਪਦੀ ਰੋਟੀ ਖਾਂਦਾ ਸੀ। ਕਹੋ ਸਤਨਾਮ। ਇਹ ਚੀਜ਼ ਉਹ ਵੀ ਜਾਣਦੇ ਸੀ। ਇਸੇ ਕਰਕੇ ਸਾਨੂੰ 10ਵਾਂ ਦਸੌਂਦ ਕੱਢਣ ਦਾ ਹੁਕਮ ਦਿੱਤਾ ਪਾਤਸ਼ਾਹ ਜੀ ਨੇ। ਮਾਇਆ ਵਿੱਚੋਂ ਵੀ, ਕਿਰਤ ਵਿੱਚੋਂ ਵੀ, ਤੇ ਸਵਾਸਾਂ ਵਿੱਚੋਂ ਵੀ। ਸਵਾਸਾਂ 24 ਘੰਟਿਆਂ 'ਚੋਂ ਗੁਰੂ ਪਿਆਰਿਓ 2 ਘੰਟੇ 2.5 ਘੰਟੇ ਬਣਦੇ ਆ। ਤੇ ਮਾਇਆ ਵਿੱਚੋਂ 100 ਚੋਂ 10 ਰੁਪਈਏ, 1000 ਚੋਂ 100 ਰੁਪਈਆ ਆਪ ਦੀ ਤਨਖਾਹ ਦੇ ਵਿੱਚੋਂ ਗਿਣ ਕੇ ਕੱਢਣ ਲੱਗ ਜਾਓ। ਤੇ ਉਹਨੂੰ ਕੱਢ ਕੇ ਸਾਈਡ 'ਤੇ ਗੋਲਕ ਲਾ ਕੇ ਉਹ 'ਚ ਪਾਈ ਜਾਇਆ ਕਰੋ। ਤੇ ਜਦੋਂ ਤੁਸੀਂ ਕਿਸੇ ਲੋੜਵੰਦ ਨੂੰ, ਗਰੀਬ ਗੁਰਬੇ ਨੂੰ ਦੇਖੋ ਵੀ ਉਹਨੂੰ ਕਿਹੜੀ ਵਸਤੂ ਦੀ ਲੋੜ ਹੈ, ਤਾਂ ਤੁਸੀਂ ਉਸ ਦੀ ਮਦਦ ਕਰਦੇ ਹੋ। ਜੇ ਛੋਟਾ ਕੰਮ ਹੈ ਤਾਂ ਇਕੱਲਾ ਸਿੱਖ ਵੀ ਕਰ ਸਕਦਾ ਹੈ। ਜੇ ਕੋਈ ਵੱਡੀ ਮਜਬੂਰੀ ਹੈ, ਉਹਦੀ ਵੱਡੀ ਮਦਦ ਹੈ, ਤੇ 10, 50, 100 ਸਿੰਘ ਰਲ ਕੇ ਵੀ ਉਹਦੀ ਮਦਦ ਕਰ ਸਕਦੇ ਹੈ। ਪਰ ਜਦੋਂ ਤੁਸੀਂ ਉਹ 10ਵੇਂ ਦਸੌਂਦ ਵਾਲਾ ਪੈਸਾ ਉਹਨੂੰ ਦਿਓਗੇ, ਤੁਹਾਡੀ ਕਿਰਤ ਸਫਲ ਹੀ ਹੋ ਜੂਗੀ। ਤੇ ਦੂਜਾ, ਤੁਹਾਡੇ ਦਿਮਾਗ ਵਿੱਚ ਇਹ ਨਹੀਂ ਆਊਗਾ ਬਈ ਮੈਂ ਪੈਸੇ ਦਿੱਤੇ ਆ, ਕਿਉਂਕਿ ਪੈਸੇ ਤਾਂ ਪਹਿਲਾਂ ਹੀ ਆਪਾਂ ਹੱਕ ਮੁਟਕਾ ਚੁੱਕੇ ਹਾਂ। 10ਵਾਂ ਦਸੌਂਦ ਗੁਰੂ ਦਾ ਹਿੱਸਾ ਕੱਢਿਆ ਹੋਇਆ, 100 ਚੋਂ 10 ਰੁਪਈਏ, ਉਹਦੇ ਆਪਣਾ ਕੋਈ ਹੱਕ ਹੀ ਨਹੀਂ ਹੈ। ਇਸ ਕਰਕੇ ਉਹ 10ਵਾਂ ਦਸੌਂਦ ਕੱਢਣ ਦਾ ਸਾਡੇ ਜੀਵਨ 'ਚ ਬੜਾ ਫਾਇਦਾ ਹੋਊਗਾ। ਨਹੀਂ ਤਾਂ ਫਿਰ ਬਾਬਾ ਜੀ ਉਹ ਕਹਿੰਦੇ ਆ, ਜੋ ਬਾਬੇ ਕੇ ਦਾਮ ਨਾ ਦੇ ਹੈ ਤੋ ਬਾਬਰ ਕੇ ਗਹਿ ਲੈ ਹੈ। ਜੇ ਇੱਧਰ ਸਿੱਧੇ ਪਾਸੇ ਨਹੀਂ ਕੱਢਾਂਗੇ ਫਿਰ ਪੁੱਠੇ ਪਾਸੇ ਲੱਗ ਜਾਂਦੇ ਆ। ਕਚਹਿਰੀਆਂ, ਹਸਪਤਾਲ, ਬਿਮਾਰੀਆਂ ਆਦਿ। ਕਿਉਂ ਨਾ ਆਪਾਂ ਗੁਰੂ ਦੀਆਂ ਖੁਸ਼ੀਆਂ ਲਈਏ, ਉਹ 10ਵਾਂ ਦਸੌਂਦ ਕੱਢ ਕੇ ਆਪਣੇ ਸਵਾਸਾਂ ਵਿੱਚੋਂ ਭਜਨ ਕਰੀਏ ਤੇ ਮਾਇਆ 'ਚੋਂ ਕੱਢ ਕੇ ਲੋੜਵੰਦਾਂ ਦੀ ਮਦਦ ਕਰੀਏ। ਮੇਰੇ ਪ੍ਰੀਤਮ ਜੀ ਕਹਿ ਰਹੇ ਸੀ, ਜੇ ਤੁਸੀਂ ਇਹ ਖਾਧਾ ਤੇ ਤੁਹਾਡੀ ਸ਼ਕਤੀ ਜਿਹੜੀ ਹੈ ਖਤਮ ਹੋ ਜਾਣੀ ਹੈ। अब तप करे सकत को पावै, एक सिंह लाखों परतावै। सिखो कोई गल नहीं, फिक्र ना करो, मैं तुहानू यह तो पूजा का धान खाण ही नहीं देना। 18 अरब माया पातशाह ने सतलुज दरिया दे विच वगा दिती आ। तां गुरु प्यारो कहने पर यह भी तुहाडी भगती है, ऐसी तुहानू शक्ति मिलनी है। दे बदले एक एक सिंह लखां ते भारू पै जावेगा। और उन्हां दे उत्ते अकाल पुरख भी सहायता करेगा, जिवें एक पिता अपने पुत्र की मदद करदा हर पक्ष तो। जिस वेले धन गुरु गोबिंद सिंह महाराज दुष्ट दमन जी नूं हुक्म होया, वो कहंदे सानू सदे अकाल पुरख ने। हेमकुंट पर्वत है जहाँ सप्त श्रृंग शोभत है, तहाँ तय हम अधिक तपस्या साधी। महाकाल काल का आराधी, काल का देवी नहीं आराधी, काल की आराधना, काल दे काल परमेश्वर की आराधना की, अकाल पुरख की आराधना की। महाकाल काल का आराधी, करत तपस्या जब हम भयो दवैते, एक रूप होए गयो चित्त न भयो हमरो आवन कै। मेरा जी बड़ा लग्या सी समाधि सिमन विच, इकमिक हो गया सी परमेश्वर नाल।
चुभी रही सुरत प्रभ चरणन मैं जह कह के प्रभ मोह समझायो इम कह के ये लोक पठायो मैनू सदे अपने कोल ते मैं गया ठाड़ भयो मैं जोर कर बचन कहा सिर न्याय मैनू कह दुष्ट दमन पुत्र हमारा हुक्म तैनू मातलोक भी जाना पैना थले जुल्म बहुत बढ़ गया है वो जुल्म नू खत्म करने वास्ते तेरी लोड़ है तेरे बराबर दा थले तेरे बराबर दा होर कोई नहीं है उस राजे दे बराबर दा जुल्म दे बराबर दा तू ही खत्म कर सकदा ते धन गुरु गोबिंद सिंह जी ने उस वेले की वचन किया परमेश्वर नू ठाड़ भयो मैं जोर कर बचन कहा सिर न्याय पंथ चलै तब जगत में जब तुम करो सहाय मैं कला कुछ नहीं कर सकता भावें क्यों वडियाई दे रहे है कि दुष्ट दमन तेरे विच ही पावर है पर फिर भी निमरता वेखो कहते जी मैं कला कुछ नहीं कर सकता जे तुसी मेरी मदद करो तो हो सकता को सतनाम ते कहते फिर सिखो परमेश्वर ने पता किन्ना मैनू धीरज भरोसा दिता सीगा इन्ना परमेश्वर खड़ग केतमय है खड़ग केत परमेश्वर का एक नाम है वाहिगुरु राम बहुत बड़े नाम है खड़ग केत जो शास्त्र का ते निशान का मालक राजा हुंदा जिवें इवें परमेश्वर ये शास्त्र का ते झंडे का निशान का मालक परमेश्वर जंग के मैदान में तुहाडी मदद करेगा जिवें मैनू कहा सीगा मैं अपना सुत तोहे निवाजा पंथ परचुर करबे को साझा जाए जहाँ ते धर्म चलाए दुष्ट दोखिन पकड़ पठाए ताते सुन लो समझ ले हो साधु सब मनमंग याही काज धरा हम जन्मंग धर्म चलावन संत्यो भान दुष्ट सबन को मूल उपाड़न मैं हूँ परम पुरख को दासा देखन आयो जगत तमाशा जो मुझको परमेश्वर उचरे तेना नर कुंड में पर है मोह को दास तवन का जानो जा मैं भेद न रंच पछानो मेरा रूप ग्रंथ जी जान इसमें भेद न रंच कमान जो मुझ वचन करने की चाहे ग्रंथ विचार सुनो चित लाए आत्मा ग्रंथ ते शरीर मेरा पंथ जानो शरीर करके मैं पंथ विच वरतांगा आत्मा करके बाणी चो बोलांगा को सतनाम खैर सिंगो फिक्र ना करो खड़ग केत नित बने सहाय सुत पर होत पिता जिस भाए जिमें पिता पुत्र दी रक्षा करदा है मात देवी को पाहो नित प्रतिपालन बने सहायो तुहानू माता सहबदेवा दी गोद पाया है तुहाडी माता सहबदेवा है वो तुहाडी हर थां ते सहायता करेगी सुधा ते पासा कष्ट विसाले बने पंथ कोले सब चाले ये भुखा तेहां तां पंथ ते आउंदियां रहणियां उस तो बाद भी जदों जंगलों में सिंह रहिंदे सीगे ते उदों भी भुखा कटदे सीगे इस करके पातशाह कहते ये तो गल बनी रहनी है पंथ उत्ते पर पंथ इनू झलेगा भी इस तरह गुरु प्यारो यह वड्डी भुख का समा चलता रहा राजे मिल मिल पछतावे उधरों देश दरब खर्चावे उधर राजे जेड़े हुण घेरा पा के बैठे आ खर्चा उन्हां दा भी बहुत हो रहा है पहाड़ियां जिन्ना खजाना सी पहाड़ियां का वो फौजा नूं खवाउण ते लग गया कोई सतनाम उधर भी माया खत्म करती है सतगुर ने ना तो अगे आके लड़ते हैं किलियां विच आके क्यों डरते हैं वढ़ दिंदे आ सिंह ते ना वो मुड़न लोग जोगे और औरंगजेब ने भेजिया जाओ कने गोबिंद सिंह नूं फड़ के लियाओ जां उन्होंने भजा के आओ जां मार के आओ इस करके उधर भी कहंदी वो पछता रही है नाले तुरक नाले पहाड़िए घेरा पा के सप दे मूँह च कोड़ किल्ली वाली गल हो गई और गुरु तो बड़ा धीरज धार के किलियां च बैठा है ते साडी जेड़ी है जंग एक पासा नहीं हो रहा अखीर उन्हां कोले भी समान मुक्कन लग्या अक्सर लखां की गिनती में फौजा आनंदपुर साहब नूं नगर नूं घेरा पा के बैठियां हुण परले पासियों जिहड़ा लोहगढ़ का किला उस दे परले पासे बैठे है इधर आनंदपुर साहब तो 2.5 को बाहर तक घेरा पिया तो फिर 4 छपेरे घेरा पिया तो फिर अक्सर खर्चा तो उन्हें भी खाते हैं पर विहले बैठे खा रहे हैं उन्हां कोले भी कहते खाण पीण का समान लकड़ी कहा अनाज आदि बहुत खर्च हुंदा है और हुण कोई खेतीबाड़ी नहीं है जिहदे विच जल्दी कोई खाण पीण का समान पैदा हो जाए
ਪਹਾੜੀ ਇਲਾਕਾ ਹੈ, ਪਹਾੜ ਦੇਸ਼ ਵਿੱਚ ਵਿਪਤਾ ਫੈਲ ਗਈ ਹੈ, ਜਨਤਾ ਪਹਾੜਾਂ ਦੀ ਵੀ ਦੁਖੀ ਹੋ ਗਈ ਹੈ। को लिखे तजे पुर जाहे एक बार होए हमरे पाहे। ਔਰ ਹੁਣ ਇਹ ਗੁਰੂ ਜੀ ਨੂੰ ਬੇਨਤੀਆਂ ਕਰਦੇ ਆ, ਲਿਖ ਲਿਖ ਕੇ ਭੇਜਦੇ ਆ ਚਿੱਠੀਆਂ, ਜੀ ਤੁਸੀਂ ਪਿੰਡ ਹੀ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਇੱਥੇ ਨਿਕਲ ਜਾਓ। लश्कर पीर सकल चढ़ जावे तभी बसने तब सतगुर आवे। ਔਰ ਅਸੀਂ ਜਾ ਕੇ ਉਹ ਰੰਗਜੇਬ ਨੂੰ ਕਹਿ ਦਿਆਂਗੇ, ਸਾਡੇ ਵੱਡੇ ਰਾਜੇ ਨੂੰ, ਜੀ ਅਸੀਂ ਨਗਰ ਛਡਾ ਕੇ ਭਜਾ ਦਿੱਤਾ, ਤੇ ਤੁਸੀਂ ਦੁਬਾਰਾ ਫੇਰ ਆ ਕੇ ਬਸ ਜਾਇਓ। मसला कर लिखे पठाए श्री कल की तर के डिग आए। ਇਉਂ ਰਾਜਿਆਂ ਨੇ ਸਲਾਹ ਕਰਕੇ ਚਿੱਠੀ ਲਿਖੀ ਆ। सुनकर सतगुर नाहि न माने कपटी पर्वत के नर जाने। ਸਿੰਘਾਂ ਨੇ ਲਿਆ ਕੇ ਉਹ ਚਿੱਠੀ ਪਾਤਸ਼ਾਹ ਨੂੰ ਸੁਣਾਈ ਆ। ਮਹਾਰਾਜ ਏਦਾਂ ਕਹਿੰਦੇ ਆ ਵੀ ਤੁਸੀਂ ਨਿਕਲ ਜਾਓ, ਭੱਜ ਜਾਓ ਇੱਥੋਂ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਬਾਬਾ ਜੀ ਕਹਿੰਦੇ ਆ ਪਖੰਡੀ ਹੈ, ਇਹ ਕਪਟੀ ਹੈ, ਇਹ ਧੋਖੇਬਾਜ਼ ਹੈ ਸਿੰਘੋ, ਅਸੀਂ ਨਹੀਂ ਛੱਡਣਾ ਕਿਲਾ। ਉਜਤ ਪਾਨ ਪੀਮਤ ਪਾਨ ਬੇਦਲ ਕਥਾ ਚਿਤ ਲਖੀਏ ਨਾ। ਇਹ ਦਿਲ ਦੇ ਕੋਮਲ ਨਹੀਂ ਹੈ ਵੀ ਆਪਾਂ ਨੂੰ ਐਂ ਟਪਾ ਦੇਣਗੇ। ਇਹ ਪੱਥਰ ਪੂਜਦੇ ਪੂਜਦੇ ਇਹਨਾਂ ਦੇ ਦਿਲ ਪੱਥਰ ਦੇ ਹੋ ਚੁੱਕੇ ਆ, ਅਸੀਂ ਕਿਲਾ ਨਹੀਂ ਛੱਡਣਾ ਸਿੰਘੋ। ਫਿਰ ਕੀ ਸਲਾਹਾਂ ਹੁੰਦੀਆਂ ਆਪਾਂ ਕੱਲ ਨੂੰ ਸਰਵਣ ਕਰਾਂਗੇ ਅਗਲੇ ਦੀਵਾਨਾਂ ਵਿੱਚ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਂ ਸਮਾਪਤੀ ਤੇ ਆ, ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। हे अच्युत हे पार ब्रह्म अविनाशी अगनाश, हे पूरन हे सर्व मैं गुणतास, हे संगी हे निरंकार, हे निर्गुण सब, हे गोविंद हे गुण निधान, सदा विवेका, हे अपरंपर हर हरे, हे संत कै सदा संग, हे ठाकुर हूँ दासरो, नानक दीजै नाम दान, आए प्रभ शरणागति, एक अखर हर मन बसत, एक ओंकार सतगुरु, वाहिगुरु जी की फतेह है, वाहिगुरु जी की फतेह है, वाहिगुरु जी का खालसा, वाहिगुरु जी की फतेह।